speak it in Punjabi. Yeah. ਤੇ ਬ੍ਰਦਰ ਜਿਹੜੇ ਪਾਸਟਰ ਨੇ ਪਹਿਲਾਂ ਇੰਗਲਿਸ਼ ਦੇ ਵਿੱਚ ਵਰਤਣਗੇ ਬੱਚਨ ਨੂੰ, ਫਿਰ ਮੈਂ ਪੰਜਾਬੀ ਦੇ ਵਿੱਚ ਤੁਹਾਨੂੰ ਦੱਸਾਂਗਾ। Let's look at chapter 15 verse 1. Luke chapter 15 verse 1. ਲੂਕਾ ਦੀ ਇੰਜੀਲ ਉਹਦੇ 15ਵੇਂ ਚੈਪਟਰ ਦੀ ਪਹਿਲੀ ਆਇਤ ਦੇ ਵਿੱਚ ਦੇਖਾਂਗੇ ਅਸੀਂ। Now the tax collectors and the sinners were all gathering around to hear him. ਤੇ ਸਭ ਮਸੂਲੀ ਅਤੇ ਜਿਹੜੇ ਪਾਪੀ ਉਹਦੀ ਸੁਣਨ ਲਈ ਉਹਦੇ ਨੇੜੇ ਆਉਂਦੇ ਸਨ। But the Pharisees and the teachers of the Lord, they muttered, ਤੇ ਜਿਹੜੇ ਫਰੀਸੀ ਅਤੇ ਗ੍ਰੰਥੀ ਸੀ ਉਹ ਦੋਵੇਂ ਕੀ ਆ ਬੜਬੜਾ ਕੇ ਬੋਲੇ, this man welcomes sinners and eats with them. ਤੇ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਤੇ ਉਹਨਾਂ ਨਾਲ ਖਾਂਦਾ ਹੈ। At this time Jesus was listening to what they were saying. ਤੇ ਇਹ ਸਮਾਂ ਸੀ ਜਦੋਂ ਪ੍ਰਭੂ ਯਿਸੂ ਮਸੀਹ ਸਿਰ ਸੁਣ ਰਹੇ ਸੀ ਉਹਨਾਂ ਨੂੰ ਜੋ ਕਹਿ ਰਹੇ ਸੀ। So that Jesus told them this parable. ਤੇ ਫਿਰ ਪ੍ਰਭੂ ਯਿਸੂ ਮਸੀਹ ਨੇ ਇਸ ਦ੍ਰਿਸ਼ਟਾਂਤ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ। He said, suppose one of you had 100 sheep, ਤੇ ਉਹਨੇ ਕਿਹਾ ਕਿ ਤੁਸੀਂ ਸੋਚੋ ਕਿ ਕੋਈ ਤੁਹਾਡੇ ਵਿੱਚੋਂ ਇੱਕ ਮਨੁੱਖ ਜਿਹਦੇ ਕੋਲ 100 ਭੇਡਾਂ ਹੋਣ and loses one of them. ਤੇ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜੀ ਗਵਾਚ ਜਾਵੇ। Does he not leave the 99 in the open country and go look for the lost sheep? ਤੇ ਫਿਰ ਤੁਹਾਨੂੰ ਉਹ ਕਹਿੰਦਾ ਕਿ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੇ 99 ਭੇਡਾਂ ਨੂੰ ਉੱਥੇ ਛੱਡ ਕੇ ਉਸ ਗਵਾਚੀ ਹੋਈ ਇੱਕ ਭੇਡ ਦੇ ਪਿੱਛੇ ਨਹੀਂ ਜਾਓਗੇ ਲੱਭਣ ਨੂੰ ਉਸ ਨੂੰ? And goes looking for the one that was lost. ਤੇ ਉਸ ਦੇ ਭਾਲ ਦੇ ਵਿੱਚ ਜਾਓਗੇ ਜਿਹੜੀ ਇੱਕ ਗਵਾਚੀ ਹੋਈ ਹੈ। And when he finds it, he joyfully puts it on his shoulder and goes home. ਤੇ ਫਿਰ ਜਦੋਂ ਉਹਨੂੰ ਲੱਭ ਪਵੇਗੀ ਤੇ ਉਹ ਖੁਸ਼ੀ ਨਾਲ ਆਪਣੇ ਮੋਢਿਆਂ ਤੇ ਰੱਖ ਕੇ ਉਹਨੂੰ ਲੈ ਆਵੇਗਾ। Rejoice with me, I have found my lost sheep. ਤੇ ਫਿਰ ਉਹ ਕੀ ਆਪਣੇ ਮਿੱਤਰਾਂ ਨੂੰ ਵੀ ਕਹੇਗਾ ਕਿ ਗੁਆਂਢੀਆਂ ਨੂੰ ਬੁਲਾਵੇਗਾ ਕਿ ਮੇਰੇ ਨਾਲ ਖੁਸ਼ੀ ਮਨਾਓ। I tell you in the same way, ਤੇ ਅੱਜ ਮੈਂ ਵੀ ਤੁਹਾਨੂੰ ਉਸੇ ਹੀ ਤਰੀਕੇ ਕਹਿ ਰਿਹਾ there will be more rejoicing in heaven over one sinner ਤੇ ਕਿ ਇਹ ਸਵਰਗ ਦੇ ਵਿੱਚ ਹੋਰ ਵੀ ਜ਼ਿਆਦਾ ਖੁਸ਼ੀ ਦਾ ਕੰਮ ਬਣਦਾ ਜਦੋਂ ਇੱਕ ਪਾਪੀ ਹੈ ਜਿਹੜਾ who repents ਤੇ ਉਹ ਜਦੋਂ ਤੌਬਾ ਕਰਦਾ over the 99 righteous people ਤੇ ਉਹਨਾਂ 99 ਧਰਮੀਆਂ ਦੇ ਨਾਲੋਂ ਜਿਨ੍ਹਾਂ ਨੇ ਤੌਬਾ ਨਹੀਂ ਕੀਤੀ, who do not need to repent. ਤੇ ਜਿਹੜੇ ਕਿ ਆਪਣੀ ਤੌਬਾ ਨੂੰ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਲੋੜ ਨਹੀਂ ਹੈ ਇਸ So ਵਿੱਚ। Jesus was saying to us here ਤੇ ਪ੍ਰਭੂ ਯਿਸੂ ਮਸੀਹ ਇੱਥੇ ਸਾਨੂੰ ਕਹਿ ਰਹੇ ਹੈ that the kingdom of God is accessible to everyone, ਕਿ ਜਿਹੜਾ ਪਰਮੇਸ਼ਰ ਦਾ ਜਿਹੜਾ ਰਾਜ ਹੈ ਉਹ ਹਰ ਇੱਕ ਦੇ ਲਈ ਹੈ, even those that are sinners ਭਾਵੇਂ ਉਹ ਜਿਹੜੇ ਕਿ ਪਾਪੀ ਵੀ ਹਨ ਉਹਨਾਂ ਦੇ ਲਈ ਵੀ ਹੈ, and have strayed away from God's path. ਤੇ ਜਿਹੜੇ ਪਰਮੇਸ਼ਰ ਦੇ ਰਾਸਤੇ ਤੋਂ ਵੀ ਭਟਕ ਕੇ ਸਾਈਡ ਤੇ ਨੇ ਉਹਨਾਂ ਲਈ ਵੀ ਹੈ। Jesus stresses that when the shepherd finds the sheep, ਤੇ ਜਿਵੇਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਿਹੜਾ ਚਰਵਾਹਾ ਜਦੋਂ ਆਪਣੀ ਭੇਡ ਨੂੰ ਲੱਭਦਾ ਹੈ he rejoices over it. ਤੇ ਉਹ ਕੀ ਉਸ ਦੇ ਨਾਲ ਖੁਸ਼ੀ ਮਨਾਉਂਦਾ, ਖੁਸ਼ੀ ਦੇ ਵਿੱਚ ਆਉਂਦਾ। Now let's go deeper into this. ਤੇ ਹੁਣ ਅਸੀਂ ਇਸ ਦੀ ਡੂੰਘਾਈ ਦੇ ਵਿੱਚ ਜਾਂਦੇ ਹਾਂ। As Jesus was now eating with all the sinners, ਜਿਵੇਂ ਪ੍ਰਭੂ ਯਿਸੂ ਮਸੀਹ ਬੈਠੇ ਸਾਰੇ ਪਾਪੀਆਂ ਦੇ ਨਾਲ ਬਹਿ ਕੇ ਖਾ ਰਹੇ ਸੀ, all the Pharisees that were looking at themselves like holy men, ਤੇ ਕਿਉਂਕਿ ਜਿਹੜੇ ਫਰੀਸੀ ਤੇ ਗ੍ਰੰਥੀ ਸੀ ਉਸ ਸਮੇਂ ਉਹ ਆਪਣੇ ਆਪ ਨੂੰ ਬੜੇ ਪਵਿੱਤਰ ਸਮਝਦੇ ਹੁੰਦੇ ਸੀ, they were standing to judge Jesus. ਤੇ ਉਹ ਕੀ ਹੈ ਨਿਆਂ ਦੇ ਲਈ ਖੜੇ, ਪ੍ਰਭੂ ਯਿਸੂ ਮਸੀਹ ਦਾ ਕਿ ਨਿਆਂ ਕਰੀਏ ਸਿੱਖ। They said, look, we don't eat with these sinners. ਤੇ ਉਹ ਕਹਿ ਰਹੇ ਨੇ ਕਿ ਅਸੀਂ ਇਹਨਾਂ ਪਾਪੀਆਂ ਦੇ ਨਾਲ ਨਹੀਂ ਖਾਂਦੇ, But why is this Jesus ਤੇ ਪਰ ਕਿਉਂ ਪ੍ਰਭੂ ਯਿਸੂ ਮਸੀਹ ਕਰ ਰਹੇ ਹੈ sitting and eating with them? ਕਿ ਉਹਨਾਂ ਨਾਲ ਬੈਠ ਰਹੇ ਹੈ ਤੇ ਉਹਨਾਂ ਨਾਲ ਖਾ ਰਹੇ ਹੈ। You see, the Pharisees did not understand why Jesus had come to this earth. ਕਿਉਂਕਿ ਜਿਹੜੇ ਫਰੀਸੀ ਸੀ ਤੇ ਗ੍ਰੰਥੀ ਸੀ ਉਹ ਨਹੀਂ ਸੀ ਸਮਝ ਪਾਏ ਕਿ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਕਿਉਂ ਆਇਆ। Jesus came for the lost souls. ਕਿਉਂਕਿ ਪ੍ਰਭੂ ਯਿਸੂ ਮਸੀਹ ਗਵਾਚੀਆਂ ਹੀ ਭੇਡਾਂ ਨੂੰ ਲੱਭਣ ਲਈ ਆਇਆ ਸੀ। Yeah. Jesus said, for the Son of Man came to seek and to save what was lost. ਕਿ ਪ੍ਰਭੂ ਯਿਸੂ ਮਸੀਹ ਦਾ ਵਚਨ ਕਹਿੰਦਾ ਹੈ ਕਿ ਉਹ ਪਰਮੇਸ਼ਰ ਦਾ ਪੁੱਤਰ, ਮਨੁੱਖ ਦਾ ਪੁੱਤਰ ਉਹ ਇਸ ਸੰਸਾਰ ਦੇ ਵਿੱਚ ਆਇਆ ਕਿ ਗਵਾਚਿਆਂ ਨੂੰ ਲੱਭ ਕੇ ਬਚਾ ਸਕੇ। So that's why he was sitting with all these guys. ਤੇ ਇਸੇ ਕਰਕੇ ਸੀ ਜਿਹੜਾ ਉਹ ਉਹਨਾਂ ਦੇ ਨਾਲ ਬੈਠਾ ਹੋਇਆ But the ਸੀ। Pharisees were only sitting with their people ਤੇ ਪਰ ਜਿਹੜੇ ਫਰੀਸੀ ਸੀ ਠੀਕ ਹੈ ਉਹ ਆਪਣੇ ਹੀ ਲੋਕਾਂ ਦੇ ਵਿੱਚ ਬੈਠੇ and ਸੀ criticizing what Jesus was doing. ਤੇ ਉਸ ਚੀਜ਼ ਦੇ ਉੱਤੇ ਬੜਬੜਾ ਰਹੇ ਸੀਗੇ ਜੋ ਪ੍ਰਭੂ ਯਿਸੂ ਮਸੀਹ ਕਰ ਰਹੇ ਸੀ। So that's why Jesus started to tell them this story. ਤੇ ਇਸੇ ਕਰਕੇ ਫਿਰ ਪ੍ਰਭੂ ਯਿਸੂ ਮਸੀਹ ਨੇ ਸ਼ੁਰੂ ਕੀਤਾ ਇਸ ਕਹਾਣੀ ਨੂੰ ਉਹਨਾਂ ਦੇ ਨਾਲ ਦੱਸਣਾ। Now just think if you had 100 sheep ਤੇ ਹੁਣ ਤੁਸੀਂ ਇਸ ਸੋਚ ਦੇ ਵਿੱਚ ਆਓ ਕਿ ਅਗਰ ਤੁਹਾਡੇ ਕੋਲ 100 ਭੇਡਾਂ ਨੇ and one went lost, ਤੇ ਇੱਕ ਹੈ ਜਿਹੜੀ ਉਹਨਾਂ ਚੋਂ ਗਵਾਚ ਜਾਵੇ, would you go looking for the one and leave the 99? ਕੀ ਤੁਸੀਂ ਉਸ ਇੱਕ ਨੂੰ ਲੱਭਣ ਜਾਓਗੇ ਆਪਣੇ 99 ਭੇਡਾਂ ਨੂੰ ਛੱਡ ਕੇ, Or would you say it's okay, don't worry, I got 99, I'll just leave ਜਾਂ it? ਇਹ ਕਹੋਗੇ ਕਿ ਛੱਡੋ ਇੱਕ ਨੂੰ, ਕੋਈ ਗੱਲ ਨਹੀਂ, ਆਪਣੇ ਕੋਲ 99 ਹਜੇ ਹੈਗੇ, ਮੈਂ ਇਹਨਾਂ ਨੂੰ ਛੱਡ ਕੇ ਇੱਕ ਨੂੰ ਲੱਭਣ ਨਹੀਂ ਜਾਊਂਗਾ। But you see, Jesus was teaching us something, ਪਰ ਪ੍ਰਭੂ ਯਿਸੂ ਮਸੀਹ ਸਾਨੂੰ ਇੱਥੇ ਕੁਝ ਸਿਖਾ ਰਹੇ ਹੈ that even that one matters to him. ਪਰ ਉਹਦੇ ਲਈ ਉਹ ਇੱਕ ਭੇਡ ਵੀ ਬੜੀ ਕੀਮਤੀ ਹੈ। He does not give up on anyone. ਤੇ ਉਹ ਕਿਸੇ ਲਈ ਵੀ ਹੈ ਜਿਹੜਾ ਕੀ ਹੈ ਆਪਣੇ ਆਪ ਨੂੰ ਮਤਲਬ ਨਹੀਂ ਉਹ ਛੱਡਦੇ ਕਿਸੇ ਨੂੰ ਵੀ, Jesus wants everyone to come into the kingdom.
ਕਿਉਂਕਿ ਪ੍ਰਭੂ ਯਿਸੂ ਮਸੀਹ ਚਾਹੁੰਦੇ ਕਿ ਹਰ ਇੱਕ ਮੇਰਾ ਭੈਣ ਭਰਾ ਜਿਹੜਾ ਉਹਦੇ ਰਾਜ ਚ ਆਵੇ। So Jesus goes looking for the sheep. ਤੇ ਕਿਉਂਕਿ ਪ੍ਰਭੂ ਯਿਸੂ ਮਸੀਹ ਉਹਨਾਂ ਭੇਡ ਨੂੰ ਲੱਭ ਰਹੇ ਹੈ। And when he finds the sheep, ਜਦੋਂ ਉਹ ਲੱਭਦੇ ਹੈ he's so happy. ਤੇ ਉਹ ਖੁਸ਼ ਹੁੰਦੇ ਹੈ। He's rejoicing ਤੇ ਉਹ ਕੀ ਆਨੰਦ ਮਨਾਉਂਦੇ ਇਸ ਚੀਜ਼ ਦਾ, because that one was found. ਕਿਉਂਕਿ ਇੱਕ ਹੈ ਜਿਹੜੀ ਉਹ ਲੱਭ ਗਈ ਹੈ। See, I don't know about you, but when I got saved, ਮੈਨੂੰ ਤੁਹਾਡੇ ਬਾਰੇ ਨਹੀਂ ਪਤਾ, ਪਰ ਜਦੋਂ ਮੈਂ ਬਚਾਇਆ ਗਿਆ ਸੀ I know there was rejoicing in heaven ਤੇ ਮੈਨੂੰ ਪਤਾ ਕਿ ਮੇਰੇ ਜਦੋਂ ਮੈਂ ਬਚਾਇਆ ਗਿਆ ਸੀ ਆਨੰਦ ਹੋਇਆ ਸੀ ਸਵਰਗ ਦੇ ਵਿੱਚ, because I had gone so far away from God. ਕਿਉਂਕਿ ਮੈਂ ਬਹੁਤ ਹੀ ਜ਼ਿਆਦਾ ਦੂਰ ਸੀਗਾ ਪਰਮੇਸ਼ਰ ਤੋਂ। So when I came, ਪਰ ਜਦੋਂ ਮੈਂ ਆਇਆ, I know that heaven was rejoicing. ਕਿਉਂਕਿ ਮੈਨੂੰ ਪਤਾ ਕਿ ਜਿਹੜਾ ਸਵਰਗ ਦੇ ਵਿੱਚ ਪੂਰਾ ਆਨੰਦ ਤੇ ਖੁਸ਼ੀ ਮਨਾਈ And ਗਈ। the same thing is with you when you came to the Lord. ਤੇ ਉਹ ਤੁਹਾਡੇ ਨਾਲ ਵੀ ਹੋਇਆ ਹੋਵੇਗਾ, ਜਦੋਂ ਤੁਸੀਂ ਪਰਮੇਸ਼ਰ ਨੂੰ ਕਬੂਲਿਆ ਤੇ ਵਿਸ਼ਵਾਸ ਕੀਤਾ ਹੋਵੇਗਾ, ਤੁਹਾਡੇ ਲਈ ਵੀ ਉਹੀ ਚੀਜ਼ There ਹੋਈ was ਹੋਵੇਗੀ rejoicing in heaven as well. ਤੇ ਫਿਰ ਤੁਹਾਡੇ ਲਈ ਵੀ ਸਵਰਗ ਦੇ ਵਿੱਚ ਆਨੰਦ ਹੋਇਆ ਹੋਣਾ, You ਖੁਸ਼ੀ। see, just yesterday I had a great honor. I went with Bakshish. ਤੇ ਕੱਲ ਇੱਕ ਮੇਰੇ ਲਈ ਇੱਕ ਬੜੀ ਮਾਣ ਦੀ ਗੱਲ ਹੈ ਇੱਕ ਤਰ੍ਹਾਂ ਦੀ ਕਿ ਕੱਲ ਮੈਂ ਬਖਸ਼ੀਸ਼ ਦੇ ਨਾਲ ਗਿਆ I got an opportunity to go into the ladies detention center. ਤੇ ਮੈਂ ਇੱਕ ਮਤਲਬ ਇੱਕ ਮੌਕਾ ਲੱਭਿਆ ਤੇ ਮੌਕਾ ਮਿਲਿਆ ਕਿ ਮੈਂ ਪ੍ਰਿਜ਼ਨ ਜੇਲ੍ਹ ਦੇ ਵਿੱਚ ਜਾ ਸਕਿਆ, ਜਿਹੜੀ ਇੱਥੋਂ ਦੀ ਮਨੋਇਆ ਜੇਲ੍ਹ ਹੈ। Normally when we go in, we only meet a few of them. ਤੇ ਜਦੋਂ ਵੀ ਅਸੀਂ ਜਾਂਦੇ ਹਾਂ ਅਸੀਂ ਬੜੇ ਥੋੜੇ ਲੋਕਾਂ ਨੂੰ ਮਿਲਦੇ ਹਾਂ ਉੱਥੇ ਜਾ ਕੇ, But this time something happened. ਪਰ ਇਸ ਵਾਰੀ ਕੁਝ ਖਾਸ ਹੋਇਆ ਉੱਥੇ। When I went inside, they said to me, they are all waiting for you in the dining room. ਤੇ ਜਦੋਂ ਮੈਂ ਅੰਦਰ ਹੋਇਆ ਤੇ ਮੈਨੂੰ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਬਹੁਤ ਸਾਰੇ ਨੇ ਜਿਹੜੇ ਬੈਠੇ ਤੁਹਾਡੀ ਵੇਟ ਕਰ ਰਹੇ ਆ ਜਿੱਥੇ ਖਾਣਾ ਖਾਂਦੇ So ਉੱਥੇ। as I walked in the room, I was shocked to see there was about 17, 18 women there. ਤੇ ਮੈਂ ਜਦੋਂ ਉੱਥੇ ਅੰਦਰ ਜਾ ਕੇ ਵੜਿਆ ਤੇ ਮੈਂ ਉਹਨਾਂ ਸਾਰਿਆਂ ਨੂੰ ਦੇਖ ਕੇ ਹੈਰਾਨ ਹੋ ਗਿਆ ਕਿ ਉੱਥੇ 17 18 ਕੁੜੀਆਂ ਬੈਠੀਆਂ ਸੀ। So I had the opportunity to share the gospel with these people. ਤੇ ਫਿਰ ਮੈਂ ਉਹਨਾਂ ਦੇ ਨਾਲ ਮੈਨੂੰ ਇੱਕ ਮੌਕਾ ਮਿਲਿਆ ਕਿ ਮੈਂ ਉਹਨਾਂ ਦੇ ਨਾਲ ਬੈਠ ਕੇ ਖੁਸ਼ਖਬਰੀ ਦਾ ਵਚਨ ਸ਼ੇਅਰ ਕਰ You ਸਕਾਂ। see, this is a great honor that we have to serve our Lord Jesus. ਤੇ ਇਹ ਇੱਕ ਖਾਸ ਜਿਹੜੀ ਗੱਲਬਾਤ ਹੈ ਜਿਹੜੀ ਸਾਨੂੰ ਪਰਮੇਸ਼ਰ ਨੇ ਦਿੱਤੀ ਮੈਨੂੰ ਉਸ ਸਮੇਂ ਦੀ ਕਿ ਮੈਂ ਉਹਨਾਂ ਦੇ ਨਾਲ ਉਸ ਖੁਸ਼ਖਬਰੀ ਨੂੰ ਦੱਸ ਸਕਾਂ। Those people in there were like this lost sheep. ਤੇ ਉਹ ਜਿਹੜੇ ਲੋਕ ਉੱਥੇ ਬੈਠੇ ਸੀ ਉਹ ਇਸ ਗਵਾਚੀ ਭੇਡ ਦੀ ਤਰ੍ਹਾਂ ਸੀ। All I was able to do was share the gospel with them. ਤੇ ਉਹਨਾਂ ਦੇ ਨਾਲ ਅਸੀਂ ਹੋਰ ਕੁਝ ਨਹੀਂ ਪਰ ਇੱਕ ਚੀਜ਼ ਸੀ ਜਿਹੜੀ ਕਰ ਸਕਦੇ ਸੀ, ਖੁਸ਼ਖਬਰੀ ਦਾ ਪ੍ਰਚਾਰ। And when we finished sharing, ਤੇ ਜਦੋਂ ਮੈਂ ਉਸ ਚੀਜ਼ ਨੂੰ ਖਤਮ ਕੀਤਾ ਪ੍ਰਚਾਰ ਨੂੰ, there was 12 ladies that accepted Jesus as their ਤੇ Lord ਉੱਥੇ and Savior. ਬੈਠੀਆਂ 12 ਕੁੜੀਆਂ ਨੇ ਖੁਦਾ ਨੂੰ ਪ੍ਰਭੂ ਨੂੰ ਕਬੂਲ ਲਿਆ, ਵਿਸ਼ਵਾਸ ਲਿਆ ਤਾਂ। It was an emotional day for me. I don't know why, but it happened for me. ਤੇ ਮੇਰੇ ਲਈ ਇੱਕ ਬੜੀ ਮਤਲਬ ਇੱਕ ਇਮੋਸ਼ਨਲ ਇੱਕ ਭਾਵਿਕ ਗੱਲ ਸੀਗੀ। I'm not experiencing it in a long time, but it happened that day yesterday. ਮੈਂ ਬੜੇ ਲੰਬੇ ਸਮੇਂ ਤੋਂ ਇਸ ਚੀਜ਼ ਨੂੰ ਮਤਲਬ ਨਹੀਂ ਸੀ ਦੇਖਿਆ, ਪਰ ਕੱਲ ਮੇਰੇ ਨਾਲ ਉਹ ਚੀਜ਼ ਹੋ But ਗਈ। it is because it's such an honor when you serve the Lord Jesus and bring that light into the ਇੱਕ dark. ਬੜੇ ਮਾਣ ਦੀ ਗੱਲ ਹੈ ਜਦੋਂ ਅਸੀਂ ਪਰਮੇਸ਼ਰ ਨੂੰ ਸੱਚੇ ਮਨ ਨਾਲ ਅਸੀਂ ਉਹਦੀ ਸੇਵਾ ਕਰਦੇ ਹਾਂ ਕਿ ਇਹ ਚੀਜ਼ ਫਿਰ ਹੁੰਦੀ You know, ਹੈ। in the last weeks we were talking about arise and shine. ਜਿਵੇਂ ਕਿ ਅਸੀਂ ਪਿਛਲੇ ਹਫਤੇ ਗੱਲਬਾਤ ਕੀਤੀ ਸੀ, ਉੱਠੋ ਅਤੇ ਚਮਕੋ। I got that opportunity yesterday to rise and shine. ਤੇ ਫਿਰ ਕੱਲ ਮੈਨੂੰ ਉਹ ਮੌਕਾ ਮਿਲਿਆ ਕਿ ਮੈਂ ਉੱਠਾਂ ਅਤੇ ਚਮਕਾਵਾਂ ਉਸ ਚੀਜ਼ ਨੂੰ। So by the time we finished sharing, these ladies didn't want to go. ਤੇ ਉਹ ਜਿਹੜੀਆਂ ਮਤਲਬ ਅਸੀਂ ਉੱਥੇ ਜਦੋਂ ਮੈਂ ਗੱਲਬਾਤ ਸਾਰੀ ਫਿਨਿਸ਼ ਕੀਤੀ ਤੇ ਜਿੰਨੀਆਂ ਵੀ ਲੇਡੀਜ਼ ਉੱਥੇ ਬੈਠੀਆਂ ਸੀ ਉਹ ਉੱਠ ਕੇ ਜਾਣ ਨੂੰ ਤਿਆਰ ਹੀ ਨਹੀਂ ਸੀਗੀਆਂ, Because I know that something had happened to them. ਕਿਉਂਕਿ ਮੈਨੂੰ ਪਤਾ ਹੈ ਕਿ ਕੁਝ ਖਾਸ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਹੋ ਗਈ ਹੈ। Because if nothing happened, they would just get up and go. ਤੇ ਜੇ ਕੁਝ ਨਾ ਹੋਇਆ ਹੁੰਦਾ ਤਾਂ ਸ਼ਾਇਦ ਉਹ ਜਦੋਂ ਫਿਨਿਸ਼ ਕੀਤਾ ਸੀ ਉੱਠਦੀਆਂ ਤੇ ਚਲੀਆਂ ਜਾਂਦੀਆਂ। I realized that God had actually touched a lot of them in there. ਤੇ ਮੈਨੂੰ ਪੂਰਾ ਮਤਲਬ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਪਰਮੇਸ਼ਰ ਨੇ ਬਹੁਤ ਜ਼ਿਆਦਾ ਦੁਨੀਆਈ ਦੇ ਨਾਲ ਮੈਨੂੰ ਛੂਹਿਆ। So that gives me the great pleasure and honor to serve the Lord. ਤੇ ਮੈਨੂੰ ਇੱਕ ਬੜੀ ਮਾਣ ਦੀ ਗੱਲ ਮਹਿਸੂਸ ਹੋਈ ਕਿ ਮੈਂ ਪਰਮੇਸ਼ਰ ਦੀ ਸੇਵਾ ਉਸ ਜਗ੍ਹਾ ਤੇ ਜਾ ਕੇ ਕਰ So ਪਾਇਆ। you see, once at a time, I was like this lost sheep. ਤੇ ਕਿਉਂਕਿ ਮੈਂ ਵੀ ਜਿਵੇਂ ਉਹ ਬੈਠੇ ਸੀ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਜਦੋਂ ਮੈਂ ਨਹੀਂ ਸੀ ਬਚਾਇਆ ਗਿਆ ਕਿ ਗਵਾਚੀ ਭੇਡ ਸੀ। I know Pastor Bertie came and shared the gospel with me. ਤੇ ਕਿਉਂਕਿ Pastor Bertie, yeah. One of the pastors, yeah. ਉਹਨਾਂ ਦੇ ਨਾਲ ਕਿਉਂਕਿ ਉਹਨਾਂ ਨੂੰ ਯਾਦ ਹੈ ਕਿ ਪਾਸਟਰ ਵਾਲਦੀ ਜਿਹੜੇ ਸੀਗੇ ਉਹਨਾਂ ਦੇ ਨਾਲ ਕੋਲ ਆਏ ਸੀ ਪ੍ਰਚਾਰ ਜਿਹੜਾ ਉਹਨਾਂ ਨੂੰ ਖੁਸ਼ਖਬਰੀ ਦਾ ਦੱਸਣ ਦੇ So ਲਈ। ever since that day, I always said that one day I will do the same. ਤੇ ਜਿਵੇਂ ਉਹਨੇ ਮੇਰੇ ਨਾਲ ਕੀਤਾ ਸੀ ਤਾਂ ਮੇਰਾ ਵੀ ਇੱਕ ਇਹ ਬਣ ਗਿਆ ਸੀਗਾ ਏਮ, ਠੀਕ ਹੈ, ਡਿਜ਼ਾਇਰ ਕਿ ਮੈਂ ਵੀ ਇੱਕ ਦਿਨ ਇਹ ਚੀਜ਼ ਕਰਾਂ ਜਿਵੇਂ ਉਹ ਮੇਰੇ ਕੋਲ ਖੁਸ਼ਖਬਰੀ ਲੈ ਕੇ ਆਈ ਹੈ। Many times people say to me, I get excited when one soul gets saved. ਤੇ ਕਈ ਮੇਰੇ ਭੈਣ ਭਰਾ ਬੜੇ ਮਤਲਬ ਅੱਛੇ ਤਰੀਕੇ ਕਹਿੰਦੇ ਕਿ ਮੈਨੂੰ ਖੁਸ਼ੀ ਮਿਲਦੀ ਜਦੋਂ ਇੱਕ ਰੂਹ ਹੈ ਜਿਹੜੀ ਬਚਾਈ ਜਾਂਦੀ ਹੈ। I said, I know God rejoices. If God rejoices, I am rejoicing. ਕਿਉਂਕਿ ਜੀ ਖੁਦਾ ਪਰਮੇਸ਼ਰ ਹੈ ਜਿਹੜੇ ਆਨੰਦਿਤ ਹੁੰਦੇ ਆ ਤਾਂ ਮੈਂ ਵੀ ਆਨੰਦਿਤ ਹੁੰਦਾ। We can't save everybody. We can save one person at a time. ਤੇ ਅਸੀਂ ਹਰ ਇੱਕ ਨੂੰ ਨਹੀਂ ਬਚਾ ਸਕਦੇ ਇੱਕ ਮੌਕੇ ਤੇ, ਪਰ ਅਸੀਂ ਇੱਕ ਇਨਸਾਨ ਨੂੰ ਬਚਾ ਸਕਦੇ ਹਾਂ। So one person matters. ਪਰ ਇੱਕ ਇਨਸਾਨ ਜਿਹੜਾ ਉਹ
ਮੈਟਰ ਕਰਦਾ ਹੈ ਪਰਮੇਸ਼ਰ ਦੇ So the same thing goes for you. ਤੇ ਇਹੋ ਸਭ ਦੇ ਲਈ ਹੈ, ਤੁਹਾਡੇ ਸਭਨਾਂ ਦੇ ਲਈ ਵੀ ਹੈ It's time to now think about it ਕਿ ਹੁਣ ਤੁਸੀਂ ਸਾਰੇ ਇਸ ਚੀਜ਼ ਦੇ ਬਾਰੇ ਸੋਚੋ and think, what am I doing today? ਕਿ ਮੈਂ ਅੱਜ ਦੀ ਘੜੀ ਦੇ ਵਿੱਚ ਕੀ ਕਰ ਰਿਹਾ। Like this one sheep, there are millions out there in this world. ਤੇ ਉਸ ਇੱਕ ਗਵਾਚੀ ਭੇਡ ਦੀ ਤਰ੍ਹਾਂ ਬਹੁਤ ਹੀ ਜ਼ਿਆਦਾ ਲੱਖਾਂ ਜਿਹੜੀਆਂ ਨੇ ਬਾਹਰ ਵੀ ਗਵਾਚੀਆਂ You ਫਿਰਦੀਆਂ। will come across them at your workplace and all different areas. ਤੁਸੀਂ ਆਪਣੇ ਕੰਮਾਂ ਤੇ ਜਾਂਦੇ ਹੋ, ਬਾਹਰ ਜਾਂਦੇ ਹੋ, ਆਪਣੇ ਹਰ ਇੱਕ ਵੱਖ-ਵੱਖ ਜਗ੍ਹਾਵਾਂ ਤੇ ਜਾਂਦੇ ਹੋ। How can you share the gospel with them? ਕਿ ਤੁਸੀਂ ਕਿਸ ਤਰ੍ਹਾਂ ਉਹਨਾਂ ਦੇ ਨਾਲ ਖੁਸ਼ਖਬਰੀ ਦਾ ਜਿਹੜਾ ਵਚਨ ਹੈ ਸ਼ੇਅਰ ਕਰ ਸਕਦੇ ਹੋ। You know, I spoke on Sunday that people will read you. ਤੇ ਜਿਵੇਂ ਮੈਂ ਐਤਵਾਰ ਨੂੰ ਗੱਲਬਾਤ ਕੀਤੀ ਸੀ ਕਿ ਜਿਹੜੇ ਲੋਕ ਨੇ ਉਹ ਤੁਹਾਨੂੰ ਪੜ੍ਹ ਰਹੇ ਆ, ਦੇਖ ਰਹੇ ਆ। You're like a book, they will watch you. ਉਹ ਇੱਕ ਕਿਤਾਬ ਦੀ ਤਰ੍ਹਾਂ ਤੁਸੀਂ, ਉਹ ਤੁਹਾਨੂੰ ਦੇਖ ਰਹੇ ਆ। So what is in you, they have to see that. ਕਿ ਕਿਉਂ ਜੋ ਤੁਹਾਡੇ ਵਿੱਚ ਹੈ ਉਹ ਉਸ ਚੀਜ਼ ਨੂੰ ਦੇਖ ਰਹੇ ਆ। I cannot say Jesus lives in me and then I do all the wrong things. ਤੇ ਮੈਂ ਇਹ ਚੀਜ਼ ਨੂੰ ਕਦੇ ਵੀ ਨਹੀਂ ਕਹਿ ਸਕਦਾ ਕਿ ਪ੍ਰਭੂ ਯਿਸੂ ਮਸੀਹ ਮੇਰੇ ਵਿੱਚ ਰਹਿੰਦੇ ਆ ਤੇ ਮੈਂ ਸਾਰੀਆਂ ਗਲਤ ਚੀਜ਼ਾਂ ਨੂੰ ਕਰਾਂ। Because if Jesus is there, then that reflection has to show in my life. ਤੇ ਅਗਰ ਪ੍ਰਭੂ ਯਿਸੂ ਮਸੀਹ ਮੇਰੇ ਅੰਦਰ ਰਹਿੰਦੇ ਆ ਤਾਂ ਉਸ ਚੀਜ਼ ਨੂੰ ਮੈਨੂੰ ਦਿਖਾਣਾ ਵੀ ਪਵੇਗਾ, ਦਿਖਣੀ ਵੀ ਚਾਹੀਦੀ ਹੈ ਮੇਰੇ ਅੰਦਰੋਂ ਕਿ ਸੱਚਮੁੱਚ ਹੈ। And that does not happen in your own strength. ਤੇ ਇਹ ਤੁਹਾਡੀ ਆਪਣੀ ਤਾਕਤ ਦੇ ਨਾਲ ਨਹੀਂ ਹੋ ਸਕਦਾ। It is the Holy Spirit that will help you and guide you through these things. ਤੇ ਫਿਰ ਉਹ ਪਵਿੱਤਰ ਆਤਮਾ ਜਿਹੜੀ ਤੁਹਾਨੂੰ ਸਮਝ ਦੇ ਕੇ ਤੁਹਾਨੂੰ ਸਿਖਾ ਸਕਦੀ ਹੈ ਇਹਨਾਂ ਸਾਰੇ ਮੌਕਿਆਂ ਦੇ ਉੱਤੇ। One of my friends said to me, I don't know how you have got so much of patience with people. ਤੇ ਇੱਕ ਮੇਰੇ ਦੋਸਤ ਨੇ ਇੱਕ ਦਿਨ ਮੈਨੂੰ ਆ ਕੇ ਪੁੱਛਿਆ ਕਿ ਮੈਨੂੰ ਸਮਝ ਨਹੀਂ ਆਉਂਦੀ ਤੇਰੇ ਵਿੱਚ ਇੰਨਾ ਉਤਸ਼ਾਹਪਣ, ਮਤਲਬ ਇੰਨਾ ਪੈਸ਼ਨ ਹੁੰਦਾ ਹੈ, ਉਹ ਕਿਉਂ ਹੈ ਲੋਕਾਂ ਦੇ ਪ੍ਰਤੀ? Patience. ਸੌਰੀ, ਸਬਰ। Yes. ਸਬਰ ਕਿਵੇਂ ਹੈ? Because before I did not have even small little patience. I did not. ਕਿਉਂਕਿ ਪਹਿਲਾਂ ਜਿਹੜਾ ਮੇਰੇ ਵਿੱਚ ਸੀ, ਪਰਮੇਸ਼ਰ ਦੇ ਆਉਣ ਤੋਂ ਪਹਿਲਾਂ ਮੇਰੇ ਵਿੱਚ ਬਿਲਕੁਲ ਵੀ ਸਬਰ ਨਹੀਂ ਸੀਗਾ। I used to react very harsh. ਤੇ ਮੈਂ ਕੀ ਹੈ ਬੜੀ ਕਾਹਲੀ ਦੇ ਨਾਲ ਉਹਦੇ ਉੱਤੇ ਕੀ ਐਕਸ਼ਨ ਮਤਲਬ ਵੀ ਉਹਦੇ ਵਿੱਚ ਆ ਜਾਂਦਾ ਸੀ। But the Holy Spirit was beginning to teach me and show me and guide me. ਪਰ ਜਿਹੜੀ ਪਵਿੱਤਰ ਆਤਮਾ ਜਦੋਂ ਮੇਰੇ ਅੰਦਰ ਆਈ, ਉਹਨੇ ਮੈਨੂੰ ਹੌਲੀ-ਹੌਲੀ ਸਬਰ ਦੇਣਾ ਤੇ ਮੈਨੂੰ ਸਿਖਾਉਣਾ ਸ਼ੁਰੂ ਕੀਤਾ ਉਸ ਸਮੇਂ ਦੇ ਉੱਤੇ। I would just say, Lord, I do not know what to do. I need help. ਤੇ ਫਿਰ ਮੈਂ ਉਸ ਸਮੇਂ ਤੇ ਕਹਿਣਾ ਸ਼ੁਰੂ ਕਰਦਾ ਸੀ ਕਿ ਪਰਮੇਸ਼ਰ ਮੈਨੂੰ ਨਹੀਂ ਪਤਾ ਮੈਂ ਕੀ ਕਰਨਾ, ਮੈਨੂੰ ਸਿਖਾ। You see, when the Holy Spirit begins to teach you, there's a big difference. ਤੇ ਜਦੋਂ ਪਵਿੱਤਰ ਆਤਮਾ ਤੁਹਾਨੂੰ ਕੁਝ ਸਿਖਾਉਣਾ ਸ਼ੁਰੂ ਕਰ ਦਿੰਦੀ ਹੈ ਤਾਂ ਬੜਾ ਵੱਡਾ ਫਰਕ ਹੈ ਜਿਹੜਾ ਤੁਹਾਡੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ। Because He knows what you're going through. ਕਿਉਂਕਿ ਉਹਨੂੰ ਪਤਾ ਹੈ ਤੁਸੀਂ ਕਿਸ ਹਾਲਾਤ ਦੇ ਵਿੱਚ ਦੀ ਜਾ ਰਹੇ ਹੋ। And if you are willing and obedient, ਅਗਰ ਤੁਸੀਂ ਸੱਚਮੁੱਚ ਉਹਦੀ ਮਰਜ਼ੀ ਤੇ ਉਹਦੇ ਪ੍ਰਤੀ ਜਾਗਰੂਕ ਹੋ and you are humble, ਤੇ ਜੇ ਤੁਸੀਂ ਨਿਮਰ ਹੋ, He will use you wherever you go. ਤੇ ਫਿਰ ਉਹ ਤੁਹਾਨੂੰ ਹਰ ਇੱਕ ਮੌਕੇ ਦੇ ਉੱਤੇ ਹਰ ਇੱਕ ਜਗ੍ਹਾ ਤੇ ਯੂਜ਼ ਕਰੇਗਾ, ਵਰਤੇਗਾ, ਜਿੱਥੇ ਵੀ ਤੁਸੀਂ ਜਾਓ। See, God needs every one of you. Every one of us. God needs us. ਕਿਉਂਕਿ ਪਰਮੇਸ਼ਰ ਨੂੰ ਹਰ ਇੱਕ ਇਨਸਾਨ ਦੀ ਜ਼ਰੂਰਤ ਹੈ, ਜਿੰਨੇ ਵੀ ਅਸੀਂ ਹਾਂ, ਹਰ ਇੱਕ ਦੀ। Because every person has their own gifting. ਕਿਉਂਕਿ ਹਰ ਇੱਕ ਦੀ ਜਿਹੜੀ ਇੱਕ ਆਪਣੀ ਬੁਲਾਹਟ ਹੈ ਪਰਮੇਸ਼ਰ ਦੇ He has ਵਿੱਚ। blessed you in different areas. ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਹਰ ਇੱਕ ਵੱਖੋ ਵੱਖਰੇ ਜਿਹੜੇ ਜਗ੍ਹਾਵਾਂ ਨੇ ਉਹਨਾਂ ਦੇ ਵਿੱਚ ਬਰਕਤ ਦਿੱਤੀ ਹੋਈ ਹੈ। He has placed you in different countries, placed you in different workplaces. ਤੇ ਉਹਨੇ ਤੁਹਾਨੂੰ ਵੱਖ-ਵੱਖ ਜਿਹੜੇ ਦੇਸ਼ਾਂ ਦੇ ਵਿੱਚ ਭੇਜਣਾ ਜਾਂ ਰੱਖਿਆ ਹੋਇਆ ਹੈ, ਜਾਂ ਵੱਖ-ਵੱਖ ਕੰਮਾਂ ਦੇ ਉੱਤੇ ਤੁਹਾਨੂੰ ਭੇਜਿਆ ਹੋਇਆ ਹੈ ਕਿ ਤੁਸੀਂ ਉਸ ਚੀਜ਼ ਨੂੰ ਕਰ ਪਾਓ। At this point, it is up to you to find out, Lord, what do I need to do? ਤੇ ਉਸ ਚੀਜ਼ ਦੇ ਉੱਤੇ ਫਿਰ ਤੁਸੀਂ ਇਸ ਚੀਜ਼ ਨੂੰ ਦੇਖ ਸਕਦੇ ਹੋ ਕਿ ਪਰਮੇਸ਼ਰ ਮੈਨੂੰ ਦੱਸ ਜਾਂ ਮੈਂ ਇੱਥੇ ਹੁਣ ਕੀ ਕਰਾਂ ਤੇ ਕਿਸ ਤਰ੍ਹਾਂ ਕਰ ਸਕਦਾ। You see, you need to go after these things. You need to find out what does God want you to do. ਕਿਉਂਕਿ ਇਸ ਚੀਜ਼ ਨੂੰ ਤੁਹਾਨੂੰ ਲੱਭਣ ਦੀ ਹੁਣ ਜ਼ਰੂਰਤ ਹੈ ਕਿ ਪਰਮੇਸ਼ਰ ਕੀ ਚਾਹੁੰਦਾ ਤੁਹਾਡੇ ਤੋਂ। For me, I have that passion for souls. ਕਿਉਂਕਿ ਜਿਵੇਂ ਮੇਰੇ ਅੰਦਰ ਇੱਕ ਡਿਜ਼ਾਇਰ ਹੈ, ਇੱਕ ਕਹ ਲਓ ਵੀ ਪੈਸ਼ਨ ਹੈ, ਉਹ ਖੁਸ਼ੀ ਹੈ ਕਿ ਮੈਂ ਰੂਹਾਂ ਨੂੰ ਬਚਾਵਾਂ। So first thing when I see new people, my mind, what goes on in my mind is he saved? ਤੇ ਕੀ ਜਦੋਂ ਵੀ ਮੈਂ ਕਿਸੇ ਨਵੇਂ ਭੈਣ ਭਰਾ ਨੂੰ ਦੇਖਦਾ, ਮੇਰੀਆਂ ਅੱਖਾਂ ਨੇ ਜਿਹੜੀਆਂ ਪਹਿਲੀਆਂ ਉਹਦੇ ਉੱਤੇ ਜਾਂਦੀਆਂ ਕਿ ਮੈਨੂੰ ਬਚਾਵਾਂ। Even when I'm on holiday, it happens. ਇਹ ਗੱਲਬਾਤ ਉਦੋਂ ਵੀ ਹੋਈ ਹੈ ਜਦੋਂ ਈਵਨ ਕਿ ਮੈਂ ਛੁੱਟੀਆਂ ਦੇ ਉੱਤੇ ਘੁੰਮਣ ਲਈ ਗਿਆ ਸੀਗਾ। See, God's work does not go on hold when you're on holiday. ਤੇ ਪਰਮੇਸ਼ਰ ਦਾ ਕੰਮ ਉਹ ਕਦੇ ਵੀ ਨਹੀਂ ਰੁਕਦਾ, ਚਾਹੇ ਤੁਸੀਂ ਛੁੱਟੀਆਂ 'ਚ ਕਿਉਂ ਨਾ ਹੋਵੋ। If you are willing, He will use you even on your holiday. ਜੇ ਤੁਹਾਡੀ ਮਤਲਬ ਤੁਸੀਂ ਤੁਹਾਡੇ ਅੰਦਰੋਂ ਇੱਕ ਮਰਜ਼ੀ ਹੈ ਕਿ ਹਾਂ ਇਹ ਮੈਂ ਕਰਾਂ, ਤੇ ਪਰਮੇਸ਼ਰ ਫਿਰ ਉਸ ਚੀਜ਼ ਨੂੰ ਪੂਰਾ ਵੀ ਕਰਦਾ। It happened to me a couple of years ago. ਤੇ ਕੁਝ ਸਾਲ ਪਹਿਲਾਂ ਮੇਰੇ ਨਾਲ ਇਹ ਚੀਜ਼ ਦੀ ਗੱਲਬਾਤ ਵੀ ਹੋਈ। When I was in Venice, Italy. Yeah, Venice. ਹਾਂ, ਜਦੋਂ ਉਹ Yes. ਜਦੋਂ ਉਹ ਛੁੱਟੀਆਂ ਕੱਟਣ ਦੇ ਲਈ ਇਟਲੀ ਦੇ ਵਿੱਚ ਗਏ ਸੀ। One day I was awake at 3 o'clock in the morning. ਮੈਂ 3 ਵਜੇ ਰਾਤ ਨੂੰ ਸਵੇਰ ਦੇ ਟਾਈਮ ਤੇ ਕਹ ਲਓ ਵੀ ਉੱਠ ਗਿਆ, ਇੱਕਦਮ ਜਾਗ ਗਿਆ। My wife and my son were fast asleep. I said, Lord, what do you want me to do? What am I doing at 3 o'clock? ਤੇ ਮੇਰੀ ਘਰ ਵਾਲੀ ਤੇ ਮੇਰਾ ਜਿਹੜਾ ਬੱਚਾ ਸੀਗਾ ਉਹ ਸੁੱਤੇ ਪਏ ਸੀ ਤੇ 3 ਵਜੇ ਮੈਂ ਪਰਮੇਸ਼ਰ ਨੂੰ ਪੁੱਛਿਆ ਮੈਂ ਕੀ ਕਰਾਂ ਹੁਣ।
I just felt go to the beach. The beach was just very close by. ਤੇ ਮੈਂ ਉਸ ਸਮੇਂ ਤੇ ਇਸ ਚੀਜ਼ ਨੂੰ ਪਾਇਆ ਕਿ ਮੈਂ ਬੀਚ ਦੇ ਉੱਤੇ ਜਾਵਾਂ, ਜਿਹੜੀ ਬੀਚ ਸੀ ਬੜੀ ਨਜ਼ਦੀਕ ਸੀਗੀ। So from 3 o'clock to about 5 o'clock, I was just on the beach praying, worshiping, waiting to hear from God. ਤੇ 3 ਤੋਂ 5 ਵਜੇ ਤੱਕ ਮੈਂ ਪ੍ਰਾਰਥਨਾ ਦੇ ਵਿੱਚ ਸੀ, ਵਰਸ਼ਿਪ ਕਰ ਰਿਹਾ ਸੀਗਾ, ਉੱਥੇ ਹੀ ਕੀ ਘੁੰਮ ਰਿਹਾ ਸੀ ਤੇ ਪਰਮੇਸ਼ਰ ਦੀ ਆਵਾਜ਼ ਦੀ ਵੇਟ ਕਰ ਰਿਹਾ ਸੀ ਕਿ ਉਹ ਮੈਨੂੰ ਕੀ ਚਾਹੁੰਦਾ ਮੇਰੇ ਤੋਂ। Something, Lord, what is happening? What am I doing here? ਕਿ ਮੈਂ ਉਹਨੂੰ ਪੁੱਛ ਰਿਹਾ ਸੀ ਕਿ ਮੈਂ ਇਸ ਜਗ੍ਹਾ ਤੇ ਕੀ ਕਰ ਰਿਹਾ। There's nobody else there. ਕੋਈ ਵੀ ਨਹੀਂ ਸੀਗਾ ਉੱਥੇ ਉਸ ਸਮੇਂ ਦੇ ਉੱਤੇ। Then I see one of a guy, a Jamaican, working in one of the restaurants. Early morning, 6 o'clock, he was coming to clean. ਤੇ 6 ਵਜੇ ਇੱਕ ਅਫਰੀਕਨ ਗਾਈ ਸੀਗਾ ਕੋਈ, ਠੀਕ ਹੈ, ਉੱਥੇ ਜਿਹੜਾ ਰੈਸਟੋਰੈਂਟ ਸੀ ਉੱਥੇ ਕੰਮ ਕਰਨ ਲਈ ਆਇਆ, ਉਹਦੀ ਸਾਫ ਸਫਾਈ ਕਰਦੇ ਸੀ ਸਵੇਰੇ 6 ਵਜੇ। I saw him, but I still continued doing what I was doing. ਤੇ ਮੈਂ ਉਹਨੂੰ ਦੇਖਿਆ ਪਰ ਮੈਂ ਫਿਰ ਵੀ ਕੀ ਜੋ ਮੈਂ ਕਰ ਰਿਹਾ ਸੀ, ਪ੍ਰਾਰਥਨਾ ਜਾਂ ਵਰਸ਼ਿਪ ਕਰ ਰਿਹਾ ਸੀ, ਮੈਂ ਉਹੀ ਕਰਦਾ ਰਿਹਾ। And then all of a sudden it started to rain. ਤੇ ਫਿਰ ਉੱਥੇ ਕੀ ਮੀਂਹ ਪੈਣਾ ਸ਼ੁਰੂ ਹੋ ਗਿਆ। I looked up, the sky is clear. ਤੇ ਫਿਰ ਮੈਂ ਉਸ ਇਨਸਾਨ ਨੂੰ ਦੇਖਿਆ ਤੇ ਮੈਂ ਦੇਖਿਆ ਕਿ ਇੱਥੇ ਹੈ, ਮੈਂ ਅਸਮਾਨ ਨੂੰ ਦੇਖਿਆ। It was clear. It was no clouds. ਤੇ ਕਿਉਂਕਿ ਉਹ ਬਿਲਕੁਲ ਸਾਫ਼ ਸੀ, ਕੋਈ ਬੱਦਲਬਾਈ ਵੀ ਨਹੀਂ ਸੀਗੀ। So I ran towards the restaurant. ਤੇ ਫਿਰ ਮੈਂ ਕੀ ਉਸ ਰੈਸਟੋਰੈਂਟ ਦੀ ਤਰਫ ਨੂੰ ਭੱਜਿਆ। When I reached there, I understood why God was bringing me to this place. ਤੇ ਫਿਰ ਜਦੋਂ ਮੈਂ ਉਸ ਰੈਸਟੋਰੈਂਟ ਦੇ ਕੋਲੇ ਬਿਲਕੁਲ ਉੱਥੇ ਜਾ ਕੇ ਖੜਿਆ ਤਾਂ ਫਿਰ ਮੈਨੂੰ ਸਮਝ ਆਈ ਕਿ ਮੈਨੂੰ ਪਰਮੇਸ਼ਰ ਇੱਥੇ ਕਿਉਂ ਲੈ ਕੇ ਆਇਆ। This boy was looking very depressed and he was doing his work there. ਤੇ ਉਹ ਜਿਹੜਾ ਇਨਸਾਨ ਸੀ ਉਹ ਬੜਾ ਹੀ ਕਹਿ ਲਓ ਵੀ ਆਪਣੇ ਜਿਹੜਾ ਦਿਮਾਗੀ ਤੌਰ ਤੇ ਸਹੀ ਨਹੀਂ ਸੀਗਾ, ਕਹਿ ਲਓ ਡਿਪਰੈਸ਼ਨ ਦੇ ਵਿੱਚ ਸੀਗਾ, ਤੇ ਮੈਂ ਉਹਦੀ ਸ਼ਕਲ ਨੂੰ ਦੇਖ ਸਕਦਾ ਸੀਗਾ। And he was a Muslim boy. ਤੇ ਉਹ ਕੀ ਇੱਕ ਮੁਸਲਿਮ ਸੀਗਾ। So I began to talk to him. ਤੇ ਮੈਂ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। And I said, my God can help you. ਤੇ ਮੈਂ ਉਹਨੂੰ ਕਿਹਾ ਕਿ ਮੇਰਾ ਪਰਮੇਸ਼ਰ ਤੇਰੀ ਮਦਦ ਕਰ ਸਕਦਾ। And he said, how? ਤੇ ਉਹ ਕਹਿੰਦਾ ਕਿਵੇਂ? I said, yes, I can tell you about it. I want an opportunity I can share with you. ਤੇ ਫਿਰ ਮੈਨੂੰ ਇੱਕ ਮੌਕਾ ਮਿਲਿਆ ਤੇ ਫਿਰ ਮੈਂ ਉਹਨੂੰ ਕਿਹਾ ਖੁਸ਼ਖਬਰੀ ਦਾ ਵਚਨ ਦੇਣਾ ਸ਼ੁਰੂ ਕੀਤਾ। After I finished sharing with him, he accepted the Lord. ਤੇ ਜਦੋਂ ਮੈਂ ਸਾਰਾ ਪ੍ਰਚਾਰ ਕਰਕੇ ਖਤਮ ਕੀਤਾ ਤੇ ਉਹਨੇ ਆਖਰ ਦੇ ਵਿੱਚ ਕਿਹਾ ਪਰਮੇਸ਼ਰ ਨੂੰ ਕਬੂਲ ਕਰ ਲਿਆ। His whole face, everything changed. ਤੇ ਉਹਦਾ ਜਿਹੜਾ ਚਿਹਰਾ ਸੀਗਾ ਜਿਵੇਂ ਪਹਿਲਾਂ ਸੀ, ਉਹ ਸਾਰਾ ਜਿਹੜਾ ਚਿਹਰਾ ਉਹ ਕੀ ਬਦਲ ਗਿਆ। He was so joyful. His words is, I feel so joyful and happy. ਤੇ ਉਹ ਕਹਿੰਦਾ ਉਸ ਤੋਂ ਬਾਅਦ ਪਰਮੇਸ਼ਰ ਨੂੰ ਐਕਸੈਪਟ ਕਰਨ ਤੋਂ ਬਾਅਦ ਉਹ ਕਹਿੰਦਾ ਮੈਨੂੰ ਹੁਣ ਖੁਸ਼ੀ ਤੇ ਇੱਕ ਆਨੰਦ ਆ ਰਿਹਾ ਇਸ ਜਗ੍ਹਾ ਦੇ ਉੱਤੇ। Why I'm telling you this testimony is for you to understand wherever you go, God will use you. ਇਹ ਗਵਾਹੀ ਦੇਣ ਦਾ ਮੇਰਾ ਮਕਸਦ ਇੱਥੇ ਕੀ ਸੀਗਾ ਕਿ ਤੁਸੀਂ ਜਿੱਥੇ ਵੀ ਜਾਓ ਪਰਮੇਸ਼ਰ ਤੁਹਾਨੂੰ ਉੱਥੇ ਵੀ ਯੂਜ਼ ਕਰੇਗਾ। That boy till today he keeps in touch with me. ਤੇ ਉਹ ਜਿਹੜਾ ਇਨਸਾਨ ਜਿਸ ਬੋਏ ਇੱਕ ਮੁੰਡੇ ਨੂੰ ਮੈਂ ਬਚਾਇਆ ਸੀ, ਪਰਮੇਸ਼ਰ ਤੇ ਲੈ ਕੇ ਆਂਦਾ ਸੀ, ਉਹ ਅੱਜ ਵੀ ਮੇਰੇ ਨਾਲ ਗੱਲਬਾਤ ਕਰਦਾ ਹੈ। You see, if I didn't get up, didn't go to the beach, that boy would not be saved. ਜੇ ਉਹ 3 ਵਜੇ ਮੈਂ ਉੱਠ ਕੇ ਬੀਚ ਦੇ ਉੱਤੇ ਸ਼ਾਇਦ ਨਾ ਜਾਂਦਾ ਉਸ ਸਮੇਂ ਤੇ, ਤਾਂ ਸ਼ਾਇਦ ਉਹ ਜਿਹੜਾ ਲੜਕਾ ਸੀ ਨਾ ਬਚਾਇਆ ਜਾਂਦਾ। Because he had gone through a lot of really bad issues and problems in his life and he desperately needed help. ਤੇ ਉਹ ਜਿਹੜਾ ਲੜਕਾ ਸੀਗਾ ਉਹ ਬੜੇ ਹੀ ਮਾੜੇ ਹਾਲਾਤਾਂ ਦੇ ਵਿੱਚੋਂ ਆਪਣੀ ਜ਼ਿੰਦਗੀ ਦੇ ਵਿੱਚੋਂ ਦੇ ਉਸ ਪਲਾਂ ਦੇ ਵਿੱਚੋਂ ਦੇ ਗੁਜ਼ਰ ਰਿਹਾ ਸੀ ਜਿਹੜੇ ਸਹੀ ਨਹੀਂ ਸੀਗੇ ਤੇ ਉਹਨੂੰ ਜ਼ਰੂਰਤ ਸੀ ਉਸ ਸਮੇਂ ਮਦਦ ਦੀ। So with whatever help I could, I helped him. ਤੇ ਉਸ ਨੂੰ ਮਦਦ ਦੀ ਜ਼ਰੂਰਤ ਸੀ ਤੇ ਸੋ ਮੈਂ ਉਹਦੀ ਮਦਦ See, that was an appointed time that God kept, that I would come and talk with him and help him out. ਤੇ ਉਹ ਪਰਮੇਸ਼ਰ ਨੇ ਸਮਾਂ ਜਿਹੜਾ ਨਿਰਧਾਰਿਤ ਕੀਤਾ ਹੋਇਆ ਸੀਗਾ ਕਿ ਜਿਸ ਸਮੇਂ ਦੇ ਉੱਤੇ ਮੈਂ ਉਹਦੇ ਕੋਲੇ ਜਾਵਾਂ, ਉਹਦੇ ਨਾਲ ਗੱਲਬਾਤ ਕਰਾਂ। But if I chose, no, I'm going to go to sleep, I'm tired, I'll sleep, I wouldn't have had that opportunity. ਤੇ ਜੇ ਸ਼ਾਇਦ ਉਸ ਵੇਲੇ ਮੈਂ ਕਹਿੰਦਾ ਮੈਂ ਥੱਕਿਆ, ਛੱਡ ਮੈਂ ਸੌਣਾ ਹੈ ਕਰਦਾ, ਤਾਂ ਸ਼ਾਇਦ ਜੋ ਮੌਕਾ ਮੈਨੂੰ ਉੱਥੇ ਮਿਲਿਆ ਉਹ ਮੌਕਾ ਨਾ ਮਿਲਦਾ। When it comes to God's work, He does not look at how tired you are. He just needs your obedience. ਤੇ ਪਰਮੇਸ਼ਰ ਦੇ ਵਿੱਚ ਜਦੋਂ ਅਸੀਂ ਆਉਣੇ ਆ ਤਾਂ ਪਰਮੇਸ਼ਰ ਇਸ ਚੀਜ਼ ਨੂੰ ਨਹੀਂ ਦੇਖਦਾ ਕਿ ਅਸੀਂ ਕਿੰਨੇ ਥੱਕੇ ਜਾਂ ਕੀ ਗੱਲਬਾਤ ਆ। ਜੇ ਅਸੀਂ ਉਹਦੇ ਪ੍ਰਤੀ ਜਾਗਰੂਕ ਆ ਤਾਂ ਉਹ ਪਰਮੇਸ਼ਰ ਸਾਨੂੰ ਉਸ ਚੀਜ਼ ਦੀ So I want you to think in your life, how many people have you come across? ਤੇ ਮੈਨੂੰ ਨਹੀਂ ਪਤਾ ਕਿ ਕਿੰਨੇ ਮੇਰੇ ਭੈਣ ਭਰਾ ਤੁਸੀਂ ਕਿੰਨੇ ਹਾਲਾਤਾਂ ਦੇ ਵਿੱਚੋਂ ਦੀ ਨਿਕਲ ਕੇ ਆਏ ਹੋ ਇਸ ਸਮੇਂ। Did you help them or did you say, I'm busy, I cannot help you now? ਜੇ ਕੋਈ ਕਿਸੇ ਮਾੜੇ ਹਾਲਾਤ ਦੇ ਵਿੱਚੋਂ ਦੀ ਨਿਕਲ ਰਿਹਾ ਕਿ ਤੁਸੀਂ ਉਹਦੇ ਕੋਲ ਜਾ ਕੇ ਉਹਦੀ ਮਦਦ ਕੀਤੀ ਹੈ ਜਾਂ ਤੁਸੀਂ ਕਿਹਾ ਚੱਲ ਛੱਡ ਜਾਂਦੇ। Think about this lost sheep. ਤੇ ਸੋਚੋ ਉਸ ਗਵਾਚੀ ਭੀੜ ਦੇ ਬਾਰੇ। Yeah, that could be a person that is in your workplace or anywhere else. He needs help. ਤੇ ਉਹ ਹੋ ਸਕਦਾ ਤੁਹਾਡੇ ਕੋਈ ਜਿਹੜਾ ਇਦਾਂ ਦਾ ਇਨਸਾਨ ਹੋਵੇ ਤੁਹਾਡੇ ਕੋਲੇ ਵੀ ਤੁਹਾਡੇ ਕੰਮ ਦੇ ਉੱਤੇ ਜਾਂ ਤੁਹਾਡੇ ਆਸ-ਪਾਸ ਜਿਸ ਨੂੰ ਲੋੜ ਹੋਵੇ ਹੈਲਪ ਦੀ। And God is placing you in that place to be of help to that person. ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਉਸ ਜਗ੍ਹਾ ਤੇ ਰੱਖਿਆ ਕਿ ਤੁਸੀਂ ਉਹਦੀ ਮਦਦ ਕਰ ਪਾਓ। So you need to be available and hear when God is speaking. ਤੇ ਫਿਰ ਤੁਹਾਨੂੰ ਉਸ ਸਮੇਂ ਤੇ ਕੀ ਹੈ ਉਸ ਜਗ੍ਹਾ ਤੇ ਹੋਣਾ ਜ਼ਰੂਰੀ ਹੈ ਤੇ ਉਸ ਪਰਮੇਸ਼ਰ ਦੇ ਪ੍ਰਤੀ ਕੀ ਹੈ ਜਾਗਰੂਕ ਹੋਣਾ ਕਿ ਉਹਦੀ ਆਵਾਜ਼ ਨੂੰ ਮੈਂ ਸੁਣ ਪਾਵਾਂ। Because no matter where you go, you will always find people that are lost.
ਤੇ ਇਸ ਚੀਜ਼ ਦਾ ਕੋਈ ਵੀ ਮੈਟਰ ਨਹੀਂ ਕਰਦਾ ਹੈ ਕਿ ਤੁਸੀਂ ਕਿੱਥੇ ਤੇ ਕਿਵੇਂ ਜਾ ਰਹੇ ਹੋ। ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਲੋਕ ਮਿਲਣਗੇ ਜਿੱਥੇ ਤੁਸੀਂ ਕੀ ਆ ਵਚਨ ਦੱਸ ਸਕਦੇ ਹੋ। That same day, I went through and met different people, ਤੇ ਅਗਲੇ ਹੀ ਦਿਨ ਮੈਂ ਉਸੇ ਹੀ ਜਗ੍ਹਾ ਦੇ ਉੱਤੇ ਵੱਖ-ਵੱਖ ਹੋਰ ਲੋਕਾਂ ਨੂੰ ਵੀ ਮਿਲਿਆ and they were getting saved. ਤੇ ਉਹ ਵੀ ਬਚਾਏ ਗਏ। So my son said to me, ਤੇ ਮੇਰਾ ਜਿਹੜਾ ਬੇਟਾ ਸੀਗਾ ਉਹਨੂੰ ਕਹਿਣ ਲੱਗਿਆ, he said, "Dad, we're on holiday." ਤੇ ਉਹ ਕਹਿਣ ਲੱਗਿਆ ਵੀ ਆਪਾਂ ਛੁੱਟੀਆਂ ਤੇ ਆਏ ਹੋਏ ਆ। I said, "Yes, we are on holiday," but I said, "God's work is not on holiday." ਤੇ ਉਹ ਮੈਂ ਉਹਨੂੰ ਕਿਹਾ ਵੀ ਹਾਂ ਬਿਲਕੁਲ ਆਪਾਂ ਛੁੱਟੀਆਂ ਤੇ ਆਏ ਹੋਏ ਆ, ਪਰ ਪਰਮੇਸ਼ਰ ਦਾ ਕੰਮ ਛੁੱਟੀਆਂ ਤੇ ਨਹੀਂ ਹੈ। So my son learned the lesson as well. He said, "Yes, I understand now." ਤੇ ਮੇਰੇ ਬੇਟੇ ਨੇ ਵੀ ਉਸ ਸਮੇਂ ਤੇ ਇੱਕ ਸਿੱਖਿਆ ਪ੍ਰਾਪਤ ਕੀਤੀ ਮੇਰੇ ਤੋਂ ਕਿ ਹਾਂ ਇਹ ਸਹੀ ਹੈ। For me, I was enjoying the holiday, but the best part was the 3 men that got saved. ਤੇ ਮੈਂ ਕੀ ਆ ਖੁਸ਼ੀ ਪੂਰੀ ਆਪਣੀ ਛੁੱਟੀਆਂ ਦੇ ਤੇ ਪੂਰੀਆਂ ਛੁੱਟੀਆਂ ਨੂੰ ਆਨੰਦ ਖੁਸ਼ੀ ਮਨਾਈ, ਪਰ ਜਿਹੜਾ ਸਭ ਤੋਂ ਚੰਗਾ ਹਿੱਸਾ ਸੀ ਮੇਰੀ ਛੁੱਟੀਆਂ ਦਾ ਉਹ ਸੀ ਜਦੋਂ ਮੈਂ 3 ਲੋਕਾਂ ਨੂੰ ਪਰਮੇਸ਼ਰ ਤੇ ਲੈ ਕੇ ਆਇਆ। That was my highlight of my holiday. ਤੇ ਉਹ ਕੀ ਹੈ ਇੱਕ ਮੇਰੀ ਕਹ ਲਓ ਵੀ ਇੱਕ ਹਾਈਲਾਈਟ ਬਣ ਗਈ, ਇੱਕ ਕਹ ਲਓ ਮੇਰੀ ਗਵਾਹੀ ਬਣ ਗਈ ਕਿ ਉਹ 3 ਨੂੰ ਮੈਂ ਬਚਾਇਆ। Because on my way home, I'm thinking, God, I able to help 3 people. ਕਿਉਂਕਿ ਮੈਂ ਉਸ ਸਮੇਂ ਤੇ ਇੱਕ ਚੀਜ਼ ਨੂੰ ਪਾਇਆ ਕਿ ਪਰਮੇਸ਼ਰ ਨੂੰ ਕਿਹਾ ਕਿ ਸ਼ੁਕਰ ਹੈ ਪਰਮੇਸ਼ਰ ਕਿ ਮੈਂ ਜਗ੍ਹਾ ਤੇ 3 ਜਣਾਂ ਨੂੰ ਬਚਾ ਸਕਿਆ। Amen. So you will also come across many situations in your life. ਤੇ ਤੁਸੀਂ ਵੀ ਇਹਨਾਂ ਹਾਲਾਤਾਂ ਦੇ ਵਿੱਚੋਂ ਬੜੇ ਜਗ੍ਹਾਵਾਂ ਤੇ ਇੱਥੋਂ ਨਿਕਲੇ ਹੋਵੋਗੇ ਇਦਾਂ ਦੇ ਹਾਲਾਤਾਂ ਚੋਂ। You just need to watch. ਤੁਹਾਨੂੰ ਸਿਰਫ ਇਹ ਦੇਖਣ ਦੀ ਜ਼ਰੂਰਤ ਹੈ। Always be aware who is around you, what is around you. ਤੇ ਹਮੇਸ਼ਾ ਇਸ ਪ੍ਰਤੀ ਜਾਗਰੂਕ ਰਹੋ, ਦੇਖਦੇ ਰਹੋ ਕਿ ਤੁਹਾਡੇ ਆਲੇ ਦੁਆਲੇ ਕੌਣ ਹੈ, ਕੀ ਕਰ ਰਹੇ ਹੈ ਤੇ ਕੀ ਹੋ ਰਿਹਾ ਹੈ। See, when you talk to people, that's when you find out. ਤੇ ਜਦੋਂ ਤੁਸੀਂ ਇਨਸਾਨਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰੋਗੇ ਤਾਂ ਫਿਰ ਤੁਸੀਂ ਉੱਥੇ ਕੀ ਇੱਕ ਉਹ ਚੀਜ਼ ਨੂੰ ਲੱਭ ਪਾਓਗੇ ਕਿ ਕੀ ਗੱਲਬਾਤ ਹੈ। If you don't talk to them, you won't find out because they are in their own world. ਕਿਉਂਕਿ ਜੇ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰੋਗੇ ਫਿਰ ਉਹ ਆਪਣੀ ਹੀ ਦੁਨੀਆ ਦੇ ਵਿੱਚ ਨੇ। I just talk to anyone. ਤੇ ਮੈਂ ਮਤਲਬ ਇਸ ਚੀਜ਼ ਨੂੰ ਬੜਾ ਮੌਕਾ ਲੱਗਦਾ, ਮੈਂ ਕਿਸੇ ਨਾਲ ਵੀ ਗੱਲਬਾਤ ਕਰ ਸਕਦਾ Because as you're talking to them, you find out all their problems. ਕਿਉਂਕਿ ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਕਰੋਗੇ ਤਾਂ ਫਿਰ ਤੁਹਾਨੂੰ ਉਹ ਤਰੀਕੇ ਲੱਭਣੇ ਸ਼ੁਰੂ ਹੋ ਜਾਂਦੇ ਕਿ ਅਸੀਂ ਮੈਂ ਇਹਦੇ ਨਾਲ ਅੱਗੇ ਗੱਲਬਾਤ ਕੀ ਕਰਾਂ। And that's what God's expecting of us to do. ਤੇ ਇਹੋ ਚੀਜ਼ ਹੈ ਜਿਹੜੀ ਪਰਮੇਸ਼ਰ ਸਾਡੇ ਤੋਂ ਚਾਹੁੰਦਾ ਜੋ ਅਸੀਂ ਕਰੀਏ। Don't just think about yourself. ਕਿ ਸਿਰਫ ਆਪਣੀ ਜ਼ਿੰਦਗੀ ਦੇ ਬਾਰੇ ਨਾ ਸੋਚੋ। Don't just think I'm on holiday, so I'm not interested in whatever he's going through. ਤੇ ਮੈਂ ਇਸ ਚੀਜ਼ ਦੇ ਤੇ ਨਾ ਸੋਚੋ ਕਿ ਹਾਂ ਮੈਂ ਛੁੱਟੀਆਂ ਤੇ ਆ, ਜੇ ਉਹਦੇ ਹਾਲਾਤ ਨੇ ਹੁਣ ਬਸ ਮੈਂ ਛੁੱਟੀਆਂ ਤੇ ਆ ਹੁਣ ਜਾਣ ਦੇ। Same thing with this sheep, the 99 sheep and the 1 sheep that was lost. ਤੇ ਇਹ ਖਾਸ ਕਰਕੇ ਇਹਨਾਂ ਚੀਜ਼ਾਂ ਦੇ ਬਾਰੇ ਜਿਹੜੀ 100 ਭੇਡਾਂ ਸੀ 99 ਉੱਥੇ ਸੀ, ਇੱਕ ਗਵਾਚ ਗਈ ਸੀ। Jesus went after that one. ਤੇ ਪ੍ਰਭੂ ਯਿਸੂ ਮਸੀਹ ਉਸ ਗਵਾਚੀ ਹੋਈ ਇੱਕ ਭੇਡ ਦੇ ਪਿੱਛੇ ਵੀ ਗਏ। So for us, we need to go after people who are in trouble and need help. ਕਿ ਸਾਨੂੰ ਵੀ ਅੱਜ ਜ਼ਰੂਰਤ ਹੈ ਕਿ ਅਸੀਂ ਉਹਨਾਂ ਇਨਸਾਨਾਂ ਦੇ ਪਿੱਛੇ ਜਾਈਏ ਜਿਹੜੇ ਨੂੰ ਜ਼ਰੂਰਤ ਹੈ, ਜਿਹੜੇ ਭਟਕੇ ਹੋਏ ਨੇ। Because you never know what people are going through. ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਜਿਹੜੇ ਇਨਸਾਨ ਦੇ ਲੋਕ ਨੇ ਕਿਸ ਹਾਲਾਤ ਦੇ ਵਿੱਚੋਂ ਦੀ ਗੁਜ਼ਰ ਰਹੇ ਹੈ। I know at one point we were standing outside our church building. ਹੋ ਸਕਦਾ ਉਹ ਇਨਸਾਨ ਜਿਹੜੇ ਸਾਡੀ ਚਰਚ ਦੇ ਬਾਹਰ ਖੜੇ ਹੋਣ। And we always train the boys to wish people even though they're walking about. ਤੇ ਅਸੀਂ ਹਮੇਸ਼ਾ ਇਹ ਚੀਜ਼ ਨੂੰ ਦੇਖੋ ਕਿ ਜਦੋਂ ਵੀ ਲੰਘਣ ਉਹਨਾਂ ਨੂੰ ਵਿਸ਼ ਕਰੋ, ਉਹਨਾਂ ਨੂੰ ਮਤਲਬ ਵੀ ਇੱਕ ਖੁਸ਼ੀ ਦੇ ਨਾਲ ਵੈਲਕਮ ਕਰੋ। There was an Englishman that was walking down the street. ਤੇ ਇੱਕ ਜਿਹੜਾ ਇੰਗਲਿਸ਼ ਬੰਦਾ ਸੀਗਾ, ਠੀਕ ਹੈ, ਅੰਗਰੇਜ਼ ਸੀ ਕਹਿ ਸਕਦੇ ਹਾਂ, ਠੀਕ ਹੈ, ਉਹ ਮਤਲਬ ਲੰਘ ਰਿਹਾ ਸੀ ਏਦਾਂ ਹੀ। So the boys wished him and they said, "How are you doing?" and everything. ਤੇ ਮਤਲਬ ਜਿਹੜੇ ਮੁੰਡੇ ਸੀ ਉਹਨਾਂ ਨੇ ਉਹਨੂੰ ਵਿਸ਼ ਕੀਤਾ, ਉਹਨੂੰ ਪੁੱਛਣ ਲੱਗੇ ਵੀ ਕੀ ਹਾਲ ਚਾਲ ਹੈ ਤੇਰਾ। So he stopped and he started to talk with us. ਤੇ ਫਿਰ ਉਹ ਕੀ ਹੈ ਉੱਥੇ ਖੜ ਗਿਆ, ਉਹਨਾਂ ਨਾਲ ਗੱਲਬਾਤ ਕਰਨ ਲੱਗ ਗਿਆ। Then we invited him. So why didn't he come in for the service? ਤੇ ਫਿਰ ਅਸੀਂ ਉਹਨੂੰ ਇਨਵਾਈਟ ਕੀਤਾ ਸਾਡੀ ਚਰਚ ਦੇ ਬਾਹਰ ਖੜੇ ਨੂੰ ਕਿ ਆਓ ਸਾਡੀ ਚਰਚ ਦੇ ਵਿੱਚ ਆਓ, ਸਰਵਿਸ ਚੱਲ ਰਹੀ ਅੰਦਰ ਆਓ। After the service, the man was crying. ਤੇ ਸਰਵਿਸ ਤੋਂ ਬਾਅਦ ਜੋ ਸਾਡੀ ਮੀਟਿੰਗ ਖਤਮ ਹੋਈ ਉਹ ਇਨਸਾਨ ਰੋਣ ਲੱਗ ਗਿਆ। We didn't know why he was crying. ਸਾਨੂੰ ਨਹੀਂ ਪਤਾ ਲੱਗਿਆ ਕਿ ਉਹ ਕਿਉਂ ਰੋ ਰਿਹਾ। He said, "If you did not talk to me, ਤੇ ਉਹ ਕਹਿਣ ਲੱਗਾ, ਕਹਿੰਦਾ ਜੇ ਤੁਸੀਂ ਮੇਰੇ ਨਾਲ ਗੱਲਬਾਤ ਨਾ ਕਰਦੇ I was on my way to commit suicide." ਤੇ ਮੈਂ ਆਪਣੇ ਹੀ ਰਾਹ ਦੇ ਉੱਤੇ ਜਾ ਰਿਹਾ ਸੀ ਕਿ ਮੈਂ ਸ਼ਾਇਦ ਖੁਦਕੁਸ਼ੀ ਕਰ ਲੈਂਦਾ। So if we did not stop him, ਤੇ ਜੇ ਅਗਰ ਅਸੀਂ ਉਹਨੂੰ ਨਾ ਰੋਕਦੇ he would have done it. ਤੇ ਫਿਰ ਉਹ ਕੀ ਉਸ ਚੀਜ਼ ਨੂੰ ਕਰ ਦਿੰਦਾ, ਮਰ ਜਾਂਦਾ। So it's important sometimes when you see people, even if you just wish them, us just wishing him stopped him from having a conversation with ਤੁਸੀਂ someone. ਸਿਰਫ ਇੱਕ ਕੰਮ ਹੀ ਕਰ ਸਕਦੇ ਹੋ, ਸਿਰਫ ਉਹਨੂੰ ਖੁਸ਼ੀ ਨਾਲ ਹੈਲੋ ਕਹਿ ਸਕਦੇ ਹੋ, ਵਿਸ਼ ਕਰ ਸਕਦੇ ਹੋ। ਸੋ ਉਹੀ ਅਸੀਂ ਕੀਤੀ ਤੇ ਉਹ ਕੀ ਰੁਕ ਗਿਆ। Don't think of yourself like, I'm a big guy, I don't need to wish you, who are you? Be humble. ਇਸ ਚੀਜ਼ ਦੇ ਬਾਰੇ ਨਾ ਸੋਚੋ ਕਿ ਹਾਂ ਮੈਂ ਬੜਾ ਵੱਡਾ ਇਨਸਾਨ ਹਾਂ, ਮੈਨੂੰ ਕਿਸੇ ਨੂੰ ਹੈਲੋ ਹਾਈ ਕਹਿਣ ਦੀ ਜ਼ਰੂਰਤ ਨਹੀਂ ਹੈਗੀ, ਬਲਕਿ ਕਰੋ ਉਸ ਚੀਜ਼ ਨੂੰ। That's why I say to all of you here in church, all the leadership people, ਤੇ ਇਸੇ ਕਰਕੇ ਮੈਂ ਸਾਰੇ ਹੀ ਚਰਚ ਨੂੰ ਜਿੰਨੇ ਵੀ ਲੀਡਰਸ਼ਿਪ ਟੀਮ ਦੇ ਵਿੱਚ ਆ ਸਾਰਿਆਂ ਨੂੰ ਕਹਿੰਦਾ learn to be humble and wish people. ਕਿ ਆਪਣੇ ਆਪ ਨੂੰ ਨਿਮਰ ਕਰੋ ਤੇ ਹਰ ਇੱਕ ਨੂੰ ਵਿਸ਼ ਕਰੋ। Because you do not know who is coming through that door.
ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਕੌਣ ਇਨਸਾਨ ਹੈ ਜਿਹੜਾ ਉਸ ਦਰਵਾਜ਼ੇ ਦੇ ਦੁਆਰਾ ਅੰਦਰ ਆ ਰਿਹਾ ਹੈ। A lot of times I've seen people, they look okay, but inside they're going through major problems. ਤੇ ਕਈ ਵਾਰ ਜਿਹੜਾ ਇਨਸਾਨ ਅੰਦਰ ਆਉਂਦਾ ਉਹ ਦੇਖਣ ਨੂੰ ਬੜਾ ਮਤਲਬ ਵੀ ਠੀਕ ਲੱਗਦਾ, ਪਰ ਅੰਦਰ ਉਹਦੇ ਬਹੁਤ ਕੁਝ ਹੁੰਦਾ, ਬੜੇ ਹੀ ਹਾਲਾਤਾਂ ਦੇ ਵਿੱਚੋਂ ਦੀ ਨਿਕਲ ਰਿਹਾ ਹੁੰਦਾ। Even by you just saying hi to them, hi, how are you today? ਤੇ ਸਿਰਫ ਤੁਸੀਂ ਇੰਨਾ ਵੀ ਕਹਿ ਸਕਦੇ ਹੋ ਕਿ ਹਾਏ ਤੂੰ ਕਿੱਦਾਂ ਹੈ ਜਾਂ ਕਿਵੇਂ ਹੈ, ਕੀ ਹਾਲ ਆ ਤੇਰਾ। That is a great help to them because they feel that somebody cares about them. ਤੇ ਕਿਉਂਕਿ ਉਹ ਉਹਨਾਂ ਦੀ ਇਸ ਚੀਜ਼ ਦੇ ਵਿੱਚ ਵੀ ਬੜੀ ਵੱਡੀ ਮਦਦ ਹੋ ਜਾਂਦੀ, ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਸਾਡੀ ਵੀ ਕੋਈ ਪਰਵਾਹ ਕਰਦਾ ਹੈ। It doesn't cost you anything, does it? ਤੇ ਇਹਦੀ ਕੋਈ ਤੁਹਾਨੂੰ ਕੀਮਤ ਅਦਾ ਨਹੀਂ ਕਰਨੀ So ਪੈਂਦੀ। that's where we need to be. That needs to be a reflection of Jesus. If Jesus was here, he would be wishing everyone. ਤੇ ਇਹੀ ਸਾਡਾ ਪ੍ਰਭਾਵ ਹੈ ਜਿਹੜਾ ਲੋਕਾਂ ਦੇ ਉੱਤੇ ਪੈਣ ਦੀ ਜ਼ਰੂਰਤ ਹੈ ਕਿ ਅਗਰ ਪ੍ਰਭੂ ਯਿਸੂ ਸੀ ਇੱਥੇ ਹੁੰਦੇ ਤੇ ਕੀ ਪ੍ਰਭੂ ਯਿਸੂ ਸੀ ਹਰ ਇੱਕ ਇਨਸਾਨ ਨੂੰ ਵਿਸ਼ਵਾਸ Because we ਕਰਦਾ। read at the start that Jesus was sitting with all the sinners and eating with them. ਕਿਉਂਕਿ ਅਸੀਂ ਸ਼ੁਰੂ ਦੇ ਵਿੱਚ ਪੜ੍ਹੇ ਜਿਹੜੇ ਪ੍ਰਭੂ ਯਿਸੂ ਸੀ ਉਹ ਪਾਪੀਆਂ ਦੇ ਨਾਲ ਬੈਠੇ, ਉਹਨਾਂ ਦੇ ਨਾਲ ਬੈਠ ਕੇ ਖਾਣਾ ਖਾ ਰਹੇ ਸੀ। Yeah. So don't look at yourself as, oh no, I'm well up there. Do humble yourself and go there. People need you. ਆਪਣੇ ਆਪ ਦੇ ਵਿੱਚ ਹੀ ਨਾ ਰਹੋ, ਬਲਕਿ ਆਪਣੇ ਆਪ ਨੂੰ ਨਿਮਰ ਕਰੋ, ਹਰ ਇੱਕ ਨੂੰ ਵਿਸ਼ ਕਰੋ, ਲੋਕਾਂ ਨੂੰ ਤੁਹਾਡੀ ਜ਼ਰੂਰਤ ਹੈ। Because even at your workplace, you do not know who you're meeting there. ਕਿਉਂਕਿ ਆਪਣੇ ਕੰਮਾਂ ਦੇ ਉੱਤੇ ਵੀ ਦੇਖੋ ਕਿ ਤੁਹਾਨੂੰ ਨਹੀਂ ਪਤਾ ਤੁਸੀਂ ਕਿਸ ਹਾਲਾਤ ਦੇ ਵਿੱਚੋਂ ਦੀ ਨਿਕਲ ਰਹੇ ਹੋ ਜਾਂ ਉਹ ਕਿਸ ਹਾਲਾਤ ਦੇ ਵਿੱਚੋਂ ਦੀ ਨਿਕਲ ਰਹੇ ਹੈ। Many times when in our church, if I'm standing on the door as an usher, ਕਈ ਵਾਰ ਮੈਂ ਆਪਣੀ ਚਰਚ ਦੇ ਵਿੱਚ ਵੈਲਕਮ ਜਿਵੇਂ ਸ਼ੁਰੂ ਦੇ ਵਿੱਚ ਆਪਾਂ ਕਰਦੇ ਹਾਂ, ਮੈਂ ਆਪਣੀ ਚਰਚ ਦੇ ਵਿੱਚ ਕਈ ਵਾਰ ਦਰਵਾਜ਼ੇ ਤੇ ਖੜਦਾ, I will wish every single person. ਤੇ ਮੈਂ ਹਰ ਇੱਕ ਇਨਸਾਨ ਨੂੰ ਜਿਹੜਾ ਵੀ ਇੱਥੋਂ ਦੀ ਲੱਗਦਾ ਹਰ ਇੱਕ ਨੂੰ ਵਿਸ਼ ਕਰਦਾ। And they enjoy that because they feel that somebody cares about them. ਤੇ ਉਹ ਉਸ ਚੀਜ਼ ਦਾ ਖੁਸ਼ੀ ਆਨੰਦ ਮਨਾਉਂਦੇ ਆ ਕਿ ਹਾਂ ਸਾਡੀ ਵੀ ਕੋਈ ਪਰਵਾਹ ਕਰਦਾ ਇੱਥੇ। If I'm not there one Sunday, they say we missed you because you're always wishing us. ਕਿਉਂਕਿ ਜੇ ਇੱਕ ਐਤਵਾਰ ਮੇਰੀ ਮਤਲਬ ਤੇ ਮੈਂ ਨਹੀਂ ਹੁੰਦਾ ਇੱਕ ਐਤਵਾਰ ਨੂੰ, ਠੀਕ ਹੈ, ਤਾਂ ਉਹ ਅਗਲੇ ਜਦੋਂ ਐਤਵਾਰ ਮੈਂ ਆਉਣਾ ਤਾਂ ਮੈਨੂੰ ਕਹਿੰਦੇ ਕਿ ਅਸੀਂ ਮਿਸ ਕੀਤਾ ਤੇਰੇ ਪਿਛਲੀ ਵਾਰੀ, ਕੋਈ ਸਾਨੂੰ ਵਿਸ਼ ਨਹੀਂ ਕੀਤਾ। You will be surprised how many people look forward to seeing you there. ਤੇ ਕਿਉਂਕਿ ਤੁਹਾਨੂੰ You'll be surprised how many people look forward to seeing you at the door. ਕਿਉਂਕਿ ਤੁਹਾਨੂੰ ਸ਼ਾਇਦ ਇਸ ਚੀਜ਼ ਦੀ ਹੈਰਾਨਗੀ ਵੀ ਹੋ ਸਕਦੀ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਕਿੰਨੇ ਲੋਕ ਹੈ ਜਿਹੜੇ ਤੁਹਾਨੂੰ ਦੇਖਣ ਦੇ ਲਈ ਦਰਵਾਜ਼ੇ ਤੇ ਆ ਰਹੇ ਹੈ। Because sometimes the husband could be fighting with the wife could be fighting with the husband, and all you do is, hi, how are you? They're like, oh, okay, thank you. ਤੇ ਕਿਉਂ ਤੁਹਾਨੂੰ ਨਹੀਂ ਪਤਾ, ਸ਼ਾਇਦ ਹੋ ਸਕਦਾ ਪਤੀ ਪਤਨੀ ਆਪਸ ਵਿੱਚ ਲੜੇ ਹੋਣ, ਪਤੀ ਪਤਨੀ ਨਾਲ ਜਾਂ ਕਿਵੇਂ ਵੀ, ਠੀਕ ਹੈ, ਤੇ ਜਦੋਂ ਉੱਥੋਂ ਦੀ ਦਰਵਾਜ਼ੇ ਤੇ ਵੜਦੇ ਆ ਤਾਂ ਤੁਸੀਂ ਉਹਨੂੰ ਪੁੱਛਦੇ ਹੋ, ਹਾਲ ਚਾਲ ਪੁੱਛਦੇ ਹੋ, ਤਾਂ ਸ਼ਾਇਦ ਥੋੜਾ ਜਿਹਾ ਉਹਨਾਂ ਨੂੰ ਕੀ ਰਾਹਤ ਮਿਲਦੀ ਉਸ ਚੀਜ਼ ਤੋਂ। Okay, so in this way, wherever you go, look for people that are hurting, look for people that need help. ਤੇ ਇਸ ਰਾਹ ਦੇ ਉੱਤੇ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਕਿ ਤੁਸੀਂ ਜਿੱਥੇ ਵੀ ਜਾਓ ਉਹਨਾਂ ਲੋਕਾਂ ਦੀ ਭਾਲ ਦੇ ਵਿੱਚ ਲੱਗ ਜਾਓ ਕਿ ਕਿਸ ਹਾਲਾਤ ਦੇ ਵਿੱਚ ਉਹਦੇ ਗੁਜ਼ਰ ਰਹੇ ਹੈ ਜਾਂ ਕਿਵੇਂ ਲੰਘ ਰਹੇ ਹੈ। I have a little challenge for myself sometimes. ਤੇ ਮੈਂ ਕਦੇ ਆਪਣੀ ਜਿਹੜੀ ਆਪਣੀ ਲਾਈਫ ਆਪਣੀ ਜ਼ਿੰਦਗੀ ਨੂੰ ਚੈਲੰਜ ਕਰਦਾ। I put a figure. ਤੇ ਮੈਂ ਇੱਕ ਜੇ ਕਹ ਲਓ ਵੀ ਫਿਗਰ ਰੱਖ ਲੈਣਾ, ਇੱਕ ਉਂਗਲ ਮਤਲਬ ਰੱਖ ਲੈਣਾ। It's like for this year I will aim and I say I will work to get X amount of people saved. ਤੇ ਮੈਂ ਮਤਲਬ ਇੱਕ ਏਮ ਰੱਖ ਦਿੰਦਾ ਇਸ ਤਰ੍ਹਾਂ ਦਾ ਕਿ ਠੀਕ ਹੈ ਕਿ ਹਾਂ ਅੱਜ ਇਸ ਸਾਲ ਦੇ ਵਿੱਚ ਜਿਹੜੇ ਮੈਂ ਇੰਨੇ ਲੋਕਾਂ ਨੂੰ ਪਰਮੇਸ਼ਰ 'ਚ ਲੈ ਕੇ ਆਉਣਾ ਹੀ ਆਉਣਾ। So I look at my calendar every year, how far am I? ਤੇ ਮੈਂ ਹਰ ਸਾਲ ਜਿਹੜਾ ਆਪਣਾ ਕੈਲੰਡਰ ਜਿੱਥੇ ਲਿਖਿਆ ਹੁੰਦਾ ਮੈਂ ਦੇਖਦਾ ਕਿ ਹਰ ਸਾਲ ਦਾ ਕਿਵੇਂ ਮੈਂ ਵਾਅਦਾ ਕਰ ਰਿਹਾ। Every month. ਹਰ ਮਹੀਨੇ ਦੇ ਵਿੱਚ। Yeah, so if I'm looking that my target is not there, I have to work more. ਤੇ ਅਗਰ ਮੈਂ ਉਸ ਸਾਲ ਦਾ ਜੋ ਟਾਰਗੇਟ ਆਪਣਾ ਟੀਚਰ ਲਿਆ ਪੂਰੇ ਸਾਲ ਦਾ, ਮੈਂ ਮਹੀਨੇ ਦੇਖਦਾ, ਅਗਰ ਮਹੀਨੇ ਦੇ ਵਿੱਚੋਂ ਲੱਗਦਾ ਕਿ ਜੇ ਘੱਟ ਹੈ ਤਾਂ ਫਿਰ ਮੈਂ ਹੋਰ ਜ਼ਿਆਦਾ ਮਿਹਨਤ ਕਰਦਾ ਉਸ ਨੂੰ ਪੂਰਾ ਕਰਨ। So if I ask you today, how many people have you saved this year? ਤੇ ਅਗਰ ਮੈਂ ਤੁਹਾਨੂੰ ਅੱਜ ਪੁੱਛਾਂ ਕਿ ਇਸ ਸਾਲ ਦੇ ਵਿੱਚ ਤੁਸੀਂ ਕਿੰਨਿਆਂ ਨੂੰ ਬਚਾਇਆ, what would you say? ਫਿਰ ਤੁਸੀਂ ਕੀ ਕਹੋਗੇ? Because whatever you do, you will stand before God and you will be rewarded for what you do. ਕਿਉਂਕਿ ਤੁਹਾਨੂੰ ਪਰਮੇਸ਼ਰ ਉਸ ਚੀਜ਼ ਦੇ ਲਈ ਰੱਖਿਆ ਤੇ ਪਰਮੇਸ਼ਰ ਨੇ ਤੁਹਾਨੂੰ ਇਸ ਚੀਜ਼ ਦਾ ਕੀ ਰਿਵਾਰਡ ਇਨਾਮ ਵੀ ਦੇਣਾ ਕਿ ਜੋ ਤੁਸੀਂ ਇੱਥੇ ਕਰੋਗੇ। Amen. So have a target, have a thing what you want to do. If you don't have a target in your mind, if you don't have a vision in your mind, you won't achieve your target. ਅਗਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਟੀਚਾ ਨਹੀਂ, ਹਮੇਸ਼ਾ ਆਪਣੇ ਮਨ 'ਚ ਕੋਈ ਟੀਚਾ ਰੱਖੋ। ਅਗਰ ਤੁਹਾਡੇ ਮਨ ਦੇ ਵਿੱਚ ਕੋਈ ਟੀਚਾ ਨਹੀਂ ਆ, ਤੁਹਾਡੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਆ, ਤਾਂ ਫਿਰ ਕੀ ਆ, ਕੁਝ ਵੀ ਫਾਇਦਾ ਨਹੀਂ ਆ। Because there are many people that are sitting in churches, they don't know Jesus. They come into church but they don't know Jesus. ਕਿਉਂਕਿ ਕਈ ਵਾਰ ਭੈਣ ਭਰਾ ਚਰਚ ਦੇ ਵਿੱਚ ਬੜੇ ਬੈਠੇ ਹੁੰਦੇ ਆ ਕੇ, ਠੀਕ ਹੈ, ਉਹ ਸਭ ਕੁਝ ਕਰਦੇ ਸੁਣਦੇ ਆ, ਪਰ ਉਹਨਾਂ ਨੂੰ ਸੱਚਮੁੱਚ ਪਰਮੇਸ਼ਰ ਦੀ ਸੱਚਾਈ ਦਾ ਨਹੀਂ ਪਤਾ, ਪ੍ਰਭੂ ਯਿਸੂ ਮਸੀਹ ਬਾਰੇ। That's why my first question to anybody I meet new is, are you saved? ਤੇ ਇਸੇ ਕਰਕੇ ਜਦੋਂ ਵੀ ਕੋਈ ਮੈਨੂੰ ਭੈਣ ਭਰਾ ਮਿਲਦਾ ਪਹਿਲੀ ਵਾਰੀ, ਮੈਨੂੰ ਪਹਿਲਾ ਹੀ ਕੁਐਸਚਨ ਇੱਕ ਹੀ ਕਰਦਾ ਪ੍ਰਸ਼ਨ
ਕਿ ਤੂੰ ਸੱਚਮੁੱਚ ਪਰਮੇਸ਼ਰ ਚ ਬਚਾਇਆ ਗਿਆ So if I am doubting it, I'll ask them more questions. Because sometimes they say yes, 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 but they don't know anything. ਤੇ ਜੇ ਮੈਨੂੰ ਥੋੜਾ ਜਿਹਾ ਵੀ ਉਹਨਾਂ ਤੇ ਸ਼ੱਕ ਹੁੰਦਾ ਜਦੋਂ ਮੈਂ ਗੱਲਬਾਤ ਕਰਦਾ ਤਾਂ ਫਿਰ ਮੈਂ ਉਹਨਾਂ ਨੂੰ ਹੋਰ ਪ੍ਰਸ਼ਨ ਪੁੱਛਣੇ ਸ਼ੁਰੂ ਕਰ ਦੇਣਾ ਪਰਮੇਸ਼ਰ ਦੇ ਬਾਰੇ Yeah? Because it's important. Every soul matters to God. ਕਿਉਂਕਿ ਇਹ ਬੜੀ ਜ਼ਰੂਰੀ ਗੱਲ ਹੈ ਤੇ ਪਰਮੇਸ਼ਰ ਦੀ ਹਰ ਇੱਕ ਰੂਹ ਹੀ ਹੈ ਜਿਹੜੀ ਬਹੁਤ ਮਹੱਤਵਪੂਰਨ ਹੈ That's why every leader in House of Glory Church, ਤੇ ਇਸੇ ਕਰਕੇ ਅੱਜ ਹਰ ਇੱਕ ਜਿਹੜਾ ਲੀਡਰ ਹੈ ਹਾਊਸ ਆਫ ਗਲੋਰੀ ਦੇ ਵਿੱਚ ਹੈ ਜਿਹੜਾ and also the members of the church, ਤੇ ਜਿੰਨੇ ਵੀ ਚਰਚ ਦੇ ਮੈਂਬਰ ਨੇ ਉਹ ਵੀ ਸਾਰੇ it should be your desire to do these things. ਤੇ ਇਹ ਤੁਹਾਡੇ ਮਨ ਦੀ ਇੱਛਾ ਹੋਣ ਦੀ ਜ਼ਰੂਰਤ ਹੈ ਕਿ ਅਸੀਂ ਇਸ ਚੀਜ਼ ਨੂੰ ਕਰੀਏ If I just look at it, if you don't have a passion for souls, then you're in the wrong kingdom. That means you don't care about God's kingdom. ਅਗਰ ਤੁਹਾਡੇ ਵਿੱਚ ਜਿਹੜੇ ਮਨ ਦੇ ਵਿੱਚ ਉਹ ਇੱਛਾ ਉਹ ਉਤਸ਼ਾਹਪਨ ਨਹੀਂ ਹੈਗਾ ਰੂਹਾਂ ਨੂੰ ਬਚਾਉਣ ਦਾ ਇਹਦਾ ਮਤਲਬ ਤੁਸੀਂ ਕਿਸੇ ਗਲਤ ਜਗ੍ਹਾ ਤੇ ਹੋ ਤੁਸੀਂ ਸਹੀ ਜਗ੍ਹਾ ਤੇ ਨਹੀਂ Some people are just happy. I'm saved. I'm going to heaven. I don't know about you. ਤੇ ਕਈ ਭੈਣ ਭਰਾਵਾਂ ਦਾ ਮਕਸਦ ਇਦਾਂ ਦਾ ਵੀ ਹੁੰਦਾ ਹਾਂ ਮੈਂ ਬਚਾਇਆ ਗਿਆ ਮੈਂ ਸਵਰਗ ਜਾਵਾਂਗਾ ਬਸ ਸਹੀ ਹੈ That's what Jesus was teaching us in this story. He left the 99 and went looking for the one. ਇਸੇ ਕਰਕੇ ਪ੍ਰਭੂ ਯਿਸੂ ਮਸੀਹ ਸਾਨੂੰ ਇਸ ਕਹਾਣੀ ਦੇ ਵਿੱਚ ਦੱਸ ਰਹੇ ਨੇ ਉਹ 100 ਜਿਹੜੀਆਂ ਭੇਡਾਂ ਸੀ 99 ਨੂੰ ਛੱਡ ਕੇ ਉਸ ਇੱਕ ਗਵਾਚੀ ਦੇ ਪਿੱਛੇ ਗਏ So he's expecting us to do the same thing. ਤੇ ਉਹ ਪਰਮੇਸ਼ਰ ਸਾਡੇ ਤੋਂ ਵੀ ਉਹੀ ਚੀਜ਼ ਦੀ ਅਪੇक्षा ਰੱਖਦਾ ਹੈ ਜੋ ਪ੍ਰਭੂ ਯਿਸੂ ਮਸੀਹ And ਨੇ I'll tell you, it gives me great joy when one gets saved. Inside I'm so happy. ਤੇ ਫਿਰ ਮੈਂ ਵੀ ਬੜਾ ਆਨੰਦਿਤ ਹੁੰਦਾ ਸੱਚਮੁੱਚ ਦੱਸਾਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਇੱਕ ਰੂਹ ਹੈ ਜਿਹੜੀ ਬਚਾਈ Does ਹੈ it make you guys happy? ਕਿ ਤੁਹਾਨੂੰ ਵੀ ਉਹ ਬਚਾਈ ਹੈ ਜਦੋਂ ਬਚਦੀ ਹੈ ਰੂਹ ਤੇ ਤੁਸੀਂ ਖੁਸ਼ ਹੁੰਦੇ ਹੋ How many of you get excited for ਕਿੰਨੇ souls? ਜਣੇ ਜਿਹੜੇ ਉਤਸ਼ਾਹਪਨ ਦੇ ਵਿੱਚ ਹੋਣੇ Yeah. Good. Everyone good. That means you're going to see a lot of souls coming in soon. ਤੇ ਇਹਦਾ ਮਤਲਬ ਵੀ ਫਿਰ ਜੇ ਤੁਸੀਂ ਸਾਰੇ ਉਤਸ਼ਾਹਪਨ ਦੇ ਵਿੱਚ ਹੋ ਤਾਂ ਬਹੁਤ ਸਾਰੀਆਂ ਰੂਹਾਂ ਨੇ ਜਿਹੜੀਆਂ ਉਹ ਆਉਣ ਵਾਲੀਆਂ ਨੇ So even you guys watching online, I hope you have the same passion. ਤੇ ਜਿੰਨੇ ਵੀ ਮੇਰੇ ਭੈਣ ਭਰਾ ਆਨਲਾਈਨ ਵੀ ਦੇਖ ਰਹੇ ਮੇਰਾ ਪੂਰਾ ਵਿਸ਼ਵਾਸ ਹੈ ਤੁਹਾਡੇ ਵਿੱਚ ਵੀ ਉਹੀ ਉਤਸ਼ਾਹਪਨ ਹੋਵੇਗਾ Passion for new souls in the kingdom. ਤੇ ਉਹ ਉਤਸ਼ਾਹਪਨ ਹੋਵੇਗਾ ਨਵੀਆਂ ਰੂਹਾਂ ਨੂੰ ਬਚਾਉਣ ਦੇ ਵਿੱਚ Because if everybody does a little bit, ਜੇ ਸਾਰੇ ਥੋੜਾ ਥੋੜਾ ਕਰਾਂਗੇ you will see souls coming in. ਤੇ ਫਿਰ ਜਿਹੜੀਆਂ ਰੂਹਾਂ ਨੇ ਉਹ ਕੀ ਆਣਗੀਆਂ ਪਰਮੇਸ਼ਰ ਦੇ There are a lot of people that are just sitting. They're happy to just sit. ਕਿਉਂਕਿ ਕਈ ਭੈਣ ਭਰਾ ਇਦਾਂ ਦੇ ਨੇ ਜਿਹੜੇ ਖੁਸ਼ ਨੇ ਬੈਠ ਕੇ ਤੇ ਉਹ ਬੈਠੇ ਆ Don't worry, you guys, you go for evangelism. I'm here having my coffee. I'm okay. Don't ਤੇ worry. ਕਈ ਭੈਣ ਭਰਾ ਵੀ ਕਹਿੰਦੇ ਕਿ ਹਾਂ ਤੁਸੀਂ ਜਾਓ ਖੁਸ਼ਖਬਰੀ ਦਾ ਵਚਨ ਜਿਹੜਾ ਸਵੇਰੇ ਜਾਂਦੇ ਦੇ ਕੇ ਆਓ ਅਸੀਂ ਬੈਠੇ ਤੇ ਕਾਫੀ ਇੰਜੋਏ ਕਰਦੇ ਹਾਂ But when you go out there, you're doing His work, His will. ਤੇ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਫਿਰ ਤੁਸੀਂ ਪਰਮੇਸ਼ਰ ਦੀ ਮਰਜ਼ੀ ਜਿਹੜੀ ਉੱਥੇ ਪੂਰੀ ਕਰਦੇ ਹੋ So today, I just want to throw a challenge before you, everyone. ਤੇ ਅੱਜ ਮੈਂ ਸਭ ਦੇ ਲਈ ਇੱਕ ਚੈਲੰਜ ਹੈ ਜਿਹੜਾ ਰੱਖਣਾ ਚਾਹੂੰਗਾ Set a target for yourself. ਕਿ ਆਪਣੀ ਜ਼ਿੰਦਗੀ ਦੇ ਲਈ ਇੱਕ ਟੀਚਾ ਰੱਖੋ How many souls do I want this year? ਤੇ ਕਿ ਮੈਂ ਕਿੰਨੀਆਂ ਰੂਹਾਂ ਜਿਹੜੀਆਂ ਸਾਲ ਦੇ ਵਿੱਚ ਬਚਾਵਾਂ You can start small. Don't start with 100 and then after panic. ਤੇ ਇਸ ਤਰ੍ਹਾਂ ਸ਼ੁਰੂ ਨਾ ਕਰੋ ਵੱਡੀ ਮੌਣ ਤੋਂ ਕਿ ਮੈਂ 100 ਰੂਹਾਂ ਇੱਕ ਸਾਲ ਚ ਬਚਾ ਕੇ ਲਿਆਉਂਗਾ ਛੋਟੇ ਤੋਂ ਸ਼ੁਰੂ ਕਰੋ Yeah, start with 10, 15, 20. Work with it. ਸ਼ੁਰੂ ਕਰੋ 10 15 20 ਉਸ ਦੇ ਉੱਤੇ ਕੰਮ ਕਰੋ Do you know some people struggle to get one soul a year? ਤੇ ਕਈ ਭੈਣ ਭਰਾ ਇਸ ਚੀਜ਼ ਦੇ ਵਿੱਚ ਵੀ ਥੋੜੀ ਜਿਹੀ ਸਟਰਗਲ ਕਰਦੇ ਆ ਠੀਕ ਹੈ ਕਿ ਉਹ ਇੱਕ ਰੂਹ ਨੂੰ ਵੀ ਬਚਾ ਨਹੀਂ ਸਕਦੇ One soul they struggle to get a year. ਤੇ ਇੱਕ ਸਾਲ ਦੇ ਵਿੱਚ ਇੱਕ ਰੂਹ ਨੂੰ ਲੈ ਕੇ ਆਉਣਾ ਵੀ ਉਹਨਾਂ ਲਈ ਔਖਾ ਹੈ Yeah. That means you're not really working, are you? ਤੇ ਇਹਦਾ ਮਤਲਬ ਵੀ ਪੂਰੇ ਸਾਲ ਦੇ ਵਿੱਚ ਤੁਸੀਂ ਜ਼ਿਆਦਾ ਕੰਮ ਨਹੀਂ ਕਰ ਰਹੇ It's like if you're eating one meal a whole year. ਇਹਦਾ ਮਤਲਬ ਤੁਸੀਂ ਇੱਕ ਜਿਹੜਾ ਖਾਣਾ ਤੁਹਾਨੂੰ ਦਿੱਤਾ ਗਿਆ ਸੀ ਉਹ ਪੂਰਾ ਸਾਲ ਉਹੀ ਖਾ ਰਹੇ ਹੋ Amen. Because the time is coming that you have the good news, you have the light shining inside you. Take it out. ਕਿਉਂਕਿ ਹੁਣ ਉਹ ਸਮਾਂ ਆ ਚੁੱਕਿਆ ਕਿ ਜਿਹੜਾ ਚਾਨਣ ਜਿਹੜੀ ਗੱਲਬਾਤ ਜੋ ਤੁਹਾਡੇ ਵਿੱਚ ਹੈ ਉਹ ਹੁਣ ਬਾਹਰ ਨਿਕਲੇ ਤੇ ਚਮਕੇ That light staying inside of you is of no use. It needs to be shining out. ਕਿਉਂਕਿ ਉਹ ਜਿਹੜਾ ਚਾਨਣ ਤੁਹਾਡੇ ਅੰਦਰ ਹੈ ਉਹਦਾ ਕੁਝ ਵੀ ਫਾਇਦਾ ਨਹੀਂ ਹੈ ਉਹ ਚਾਨਣ ਹੈ ਜਿਹੜਾ ਉਹਦੀ ਚਮਕਾਹਟ ਹੈ ਉਹ ਬਾਹਰ ਹੋਣੀ ਬੜੀ ਜ਼ਰੂਰੀ ਹੈ All of you that are living in Cyprus today, ਤੇ ਜਿੰਨੇ ਵੀ ਅੱਜ ਤੁਸੀਂ ਸਾਈਪਰਸ ਦੇ ਵਿੱਚ ਰਹਿ ਰਹੇ ਹੋ Cyprus desperately needs you. ਤੇ ਸਾਈਪਰਸ ਨੂੰ ਸੱਚਮੁੱਚ ਤੁਹਾਡੀ ਜ਼ਰੂਰਤ ਹੈ ਸਭ ਨੂੰ If God would come and start saving people, He wouldn't need you. ਤੇ ਜੇ ਪਰਮੇਸ਼ਰ ਆ ਕੇ ਇਸ ਜਗ੍ਹਾ ਤੇ ਲੋਕਾਂ ਨੂੰ ਬਚਾਉਣਾ ਸ਼ੁਰੂ ਕਰ ਦੇਵੇ ਫਿਰ ਸਾਡੀ ਸਭਨਾਂ ਦੀ ਕੋਈ ਜ਼ਰੂਰਤ ਨਹੀਂ ਹੈ Every one of you start to operate and get souls saved and do everything, ਤੇ ਉਸ ਕੰਮ ਨੂੰ ਕਰਨਾ ਹੁਣ ਸ਼ੁਰੂ ਕਰੋ ਕਿ ਤੁਸੀਂ ਉਹਨਾਂ ਰੂਹਾਂ ਨੂੰ ਬਾਹਰ ਜਾ ਕੇ ਬਚਾ ਸਕੋ then you won't see me here anymore. ਤੇ ਫਿਰ ਤੁਸੀਂ ਕਿ ਪਾਸਟਰ ਡੈਡੋ ਨੂੰ ਇੱਥੇ ਜ਼ਿਆਦਾ ਨਹੀਂ ਦੇਖੋਗੇ Because God will send us somewhere else. ਕਿਉਂਕਿ ਪਰਮੇਸ਼ਰ ਫਿਰ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ Because ਭੇਜੇਗਾ He'll say, oh, you guys are working hard now, so He says, now you go somewhere else. ਕਿਉਂਕਿ ਫਿਰ ਪਰਮੇਸ਼ਰ ਵੀ ਕਹੇਗਾ ਕਿ ਉਹ ਜਿਹੜੇ ਲੋਕ ਉੱਥੇ ਬੈਠੇ ਆ ਉਹ ਬੜਾ ਸਖਤ ਮਿਹਨਤ ਕਰ ਰਹੇ ਆ ਰੂਹਾਂ ਨੂੰ ਬਚਾ ਰਹੇ ਆ ਹੁਣ ਤੁਸੀਂ ਕਿਸੇ ਹੋਰ ਦੇਸ਼ 'ਚ ਜਾਓ But if you are not working hard, He'll keep sending me back here.
ਤੇ ਜਦੋਂ ਤੁਸੀਂ ਸਖਤ ਮਿਹਨਤ ਨਹੀਂ ਕਰ ਰਹੇ ਹੋ ਫਿਰ ਉਹ ਪਰਮੇਸ਼ਰ ਸਾਨੂੰ ਬਾਰ-ਬਾਰ ਇੱਥੇ ਭੇਜ ਰਿਹਾ ਹੈ। So let's take up this challenge today. ਤੇ ਅੱਜ ਇਸ ਚੀਜ਼ ਨੂੰ ਇਸ ਚੈਲੰਜ ਨੂੰ ਲਓ ਸਾਰੇ ਜਣੇ। But for you to go out and speak to people, you also need to learn how to talk to people. ਤੇ ਇਸ ਚੀਜ਼ ਦੇ ਵਿੱਚ ਜਾਓ ਕਿ ਬਾਹਰ ਜਾ ਕੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰੀਏ ਤੇ ਇਹ ਵੀ ਖਾਸ ਗੱਲ ਕਿ ਅਸੀਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਇਸ ਚੀਜ਼ ਨੂੰ ਵੀ ਅਸੀਂ ਸਿੱਖੀਏ। If you don't know how to do it, ask somebody, how do I do this? ਤੇ ਜੇ ਤੁਹਾਨੂੰ ਨਹੀਂ ਪਤਾ ਕਿ ਅਸੀਂ ਕਿਸ ਤਰ੍ਹਾਂ ਗੱਲਬਾਤ ਸ਼ੁਰੂ ਕਰ ਸਕਦੇ ਹਾਂ ਤੇ ਕਿਸੇ ਨੂੰ ਪੁੱਛੋ ਜਿਹਨੂੰ ਉਸ ਚੀਜ਼ ਦਾ ਤਜਰਬਾ ਹੈ। I had to do my own study. I had to find my own way how to talk to people. ਤੇ ਮੈਂ ਆਪਣੇ ਵਿੱਚ ਮੈਂ ਆਪਣੀ ਮਤਲਬ ਇਹ ਸਿੱਖਿਆ ਦੇ ਵਿੱਚ ਆਪਣੇ ਆਪ ਨੂੰ ਦੇਖਿਆ ਸਿੱਖਿਆ, ਠੀਕ ਹੈ, ਤੇ ਮੈਂ ਆਪਣਾ ਰਸਤਾ ਲੱਭਦਾ ਕਿ ਮੈਂ ਕਿਸ ਤਰ੍ਹਾਂ ਉਹਨਾਂ ਦੇ ਨਾਲ ਗੱਲਬਾਤ ਕਰ You ਸਕਾਂ। see, God will give you your own style. ਕਿਉਂਕਿ ਪਰਮੇਸ਼ਰ ਹਰ ਇੱਕ ਨੂੰ ਆਪਣਾ ਤਜਰਬਾ ਦਿੰਦੇ ਕਿ ਤੁਸੀਂ ਕਿਸ ਤਰ੍ਹਾਂ ਲੋਕਾਂ ਨਾਲ ਗੱਲਬਾਤ ਕਰ ਸਕਦੇ If it is Rajveer, it will be Rajveer, not somebody else. ਜੇ ਉਹ ਰਾਜਵੀਰ ਹੈ ਤਾਂ ਉਹ ਰਾਜਵੀਰ ਹੀ ਹੈ, ਕੋਈ ਹੋਰ ਨਹੀਂ ਹੈਗਾ। Don't try and be somebody else. ਤੇ ਦੂਸਰਿਆਂ ਦੀ ਤਰ੍ਹਾਂ ਨਾ ਬਣਨ ਦੀ ਕੋਸ਼ਿਸ਼ ਕਰੋ। Just stay who you are, and God will use you like that. ਤੇ ਉਸੇ ਤਰ੍ਹਾਂ ਬਣੇ ਰਹੋ ਜਿਵੇਂ ਤੁਸੀਂ ਹੈਗੇ ਹੋ, ਜਿਵੇਂ ਦੇ ਤੁਸੀਂ ਹੋ, ਪਰਮੇਸ਼ਰ ਤੁਹਾਨੂੰ ਉਸੇ ਤਰ੍ਹਾਂ ਹੀ ਵਰਤੇਗਾ। So today, I believe that you guys are going to take this challenge. ਤੇ ਅੱਜ ਮੇਰਾ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਭੈਣ ਭਰਾ ਜਿਹੜੇ ਇਸ ਚੀਜ਼ ਨੂੰ ਇਸ ਚੈਲੰਜ ਨੂੰ ਲਓਗੇ। So the next few months when I do come back, I'm looking at everyone and I think I got the names of all the people that are online. ਤੇ ਮੇਰਾ ਪੂਰਾ ਵਿਸ਼ਵਾਸ ਹੈ ਕਿ ਜਦੋਂ ਹੁਣ ਮੈਂ ਅਗਲੀ ਵਾਰੀ ਆਵਾਂਗਾ, ਠੀਕ ਹੈ, ਤੇ ਜਿੰਨੇ ਵੀ ਮੈਂ ਨਾਮ ਇੱਥੇ ਦੇਖੇ ਹੈ, I'll say, come on guys, now what happened? In the last 3 months, how many people have been brought into the kingdom? ਤੇ ਫਿਰ ਮੈਂ ਹਰ ਇੱਕ ਇਨਸਾਨ ਨੂੰ ਪੁੱਛਾਂਗਾ ਕਿ ਪਿਛਲੇ 3 ਮਹੀਨੇ ਤੁਸੀਂ ਕਿੰਨੀਆਂ ਰੂਹਾਂ ਨੂੰ ਬਚਾਇਆ। And you know I'll ask you, don't you? ਤੇ ਤੁਹਾਨੂੰ ਇਹ ਵੀ ਪਤਾ ਤੇ ਮੈਂ ਪੁੱਛਦਾ ਵੀ ਹਾਂ। Yes? I won't forget those things. ਤੇ ਮੈਂ ਇਹ ਚੀਜ਼ਾਂ ਕਦੇ ਛੇਤੀ ਨਾਲ ਨਹੀਂ ਭੁੱਲਦਾ ਹੁੰਦਾ Because everybody is nodding. ਕਿਉਂਕਿ ਮੈਂ Everybody is saying yes, yes. ਕਿਉਂਕਿ ਹਰ ਇੱਕ ਇਨਸਾਨ ਹੈ ਜਿਹੜਾ ਜਦੋਂ ਮੈਂ ਪੁੱਛਦਾ ਹਾਂ ਹਾਂ ਕਹਿੰਦੇ ਆ। Even people online, I can see them saying yes. Some are doing thumbs up and some are. ਤੇ ਜਿਹੜੇ ਆਨਲਾਈਨ ਭੈਣ ਭਰਾ ਵੀ ਬੈਠੇ ਮੈਂ ਉਹਨਾਂ ਨੂੰ ਦੇਖ ਸਕਦਾ, ਕੋਈ ਮਤਲਬ ਏਦਾਂ ਅੰਗੂਠਾ ਕਰ ਰਿਹਾ, ਕੋਈ ਕਹਿ ਰਿਹਾ ਹਾਂ ਯੈਸ ਏਦਾਂ ਕਰ ਰਹੇ ਨੇ। So just not say thumbs up, let's do it. ਤੇ ਸਿਰਫ ਏਦਾਂ ਅੰਗੂਠਾ ਨਾ ਦਿਖਾਓ, ਥੰਬਸ ਨਾ ਕਰੋ ਕਿ ਹਾਂ ਮੈਂ ਕਰੂੰਗਾ, ਬਲਕਿ ਉਸ ਚੀਜ਼ ਨੂੰ ਕਰੋ। Amen. ਆਮੇਨ। So was this lesson helpful to you today, guys? ਤੇ ਮੇਰਾ ਪੂਰਾ ਵਿਸ਼ਵਾਸ ਹੈ ਕਿ ਇਸ ਜੋ ਅੱਜ ਪ੍ਰਚਾਰ ਸੀ ਤੁਹਾਡੀ ਉਹਨੇ ਮਦਦ ਕੀਤੀ ਹੈ। It's a very simple teaching, ਤੇ ਬੜੀ ਆਸਾਨ ਜੀ ਗੱਲਬਾਤ ਹੈ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਹੈ, but when you put it into practice, ਪਰ ਜਦੋਂ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਾਓਗੇ you will see great results. ਤੇ ਫਿਰ ਤੁਸੀਂ ਇਸ ਦਾ ਵੱਡਾ ਪ੍ਰਭਾਵ ਤੇ ਵੱਡਾ ਨਤੀਜਾ ਦੇਖੋਗੇ। You will have your own testimonies, ਤੇ ਫਿਰ ਤੁਹਾਡੀ ਆਪਣੀ ਹੀ ਗਵਾਹੀ ਹੋਵੇਗੀ, your own stories. ਤੇ ਫਿਰ ਤੁਹਾਡੀ ਆਪਣੀ ਕਹਾਣੀ ਹੋਵੇਗੀ। I've got so many stories I can tell you. ਮੇਰੇ ਕੋਲ ਬੜੀਆਂ ਕਹਾਣੀਆਂ ਨੇ ਜੋ ਮੈਂ ਦੱਸ ਸਕਦਾ, You'll be here till 12 o'clock. ਤੇ ਮੈਂ ਪੂਰੀ ਰਾਤ ਵੀ ਗੱਲਬਾਤ ਕਰ ਸਕਦਾ, So we'll stop with this. ਪਰ ਅਸੀਂ ਇੱਥੇ ਰੁਕਾਂਗੇ ਹੁਣ। So everyone that's watching online, ਤੇ ਜਿੰਨੇ ਵੀ ਮੇਰੇ ਭੈਣ ਭਰਾ ਆਨਲਾਈਨ ਬੈਠੇ ਦੇਖ ਰਹੇ ਹਨ, challenge to you today, ਤੇ ਅੱਜ ਤੁਹਾਡੇ ਲਈ ਚੈਲੰਜ ਹੈ, set a target of what you can achieve. ਤੇ ਅੱਜ ਉਸ ਚੀਜ਼ ਦਾ ਟੀਚਾ ਰੱਖੋ ਕਿ ਕਿੰਨੀਆਂ ਰੂਹਾਂ ਨੂੰ ਇੱਕ ਸਾਥ ਬਚਾਉਣਾ। It's between you and God. ਇਹ ਚੀਜ਼ ਸਿਰਫ ਤੁਹਾਡੇ ਤੇ ਪਰਮੇਸ਼ਰ ਦੇ ਵਿਚਕਾਰ ਹੋਵੇ। Don't compete with one another. ਤੇ ਇਸ ਚੀਜ਼ ਨੂੰ ਕੀ ਹੈ, ਇੱਕ ਦੂਜੇ ਦੇ ਨਾਲ ਨਾ ਦੱਸੋ। Don't say I've got 5, what have you got? No. ਤੇ ਇਹ ਵੀ ਨਾ ਪੁੱਛੋ, ਨਾ ਹੀ ਇਹ ਕਹੋ ਕਿ ਮੈਂ 5 ਨੂੰ ਬਚਾਵਾਂਗਾ, ਤੁਸੀਂ ਕਿੰਨੇ ਨੂੰ ਬਚਾਉਣਾ ਹੈ। That is between you and God. Your So- target. ਕਿਉਂਕਿ ਇਹ ਤੁਹਾਡਾ ਟੀਚਾ ਤੁਹਾਡੇ ਤੇ ਪਰਮੇਸ਼ਰ ਵਿਚਕਾਰ ਹੋਵੇ। Because do you realize when you get souls into the kingdom, your bank account is getting full. ਕਿਉਂਕਿ ਜੇ ਤੁਸੀਂ ਪਰਮੇਸ਼ਰ ਦੇ ਵਿੱਚ ਰੂਹਾਂ ਨੂੰ ਬਚਾਓਗੇ, ਉਹਨਾਂ ਨੂੰ ਲੈ ਕੇ ਆਓਗੇ, ਤਾਂ ਜਿਹੜਾ ਤੁਹਾਡਾ ਅਕਾਊਂਟ ਹੈ ਸਵਰਗ ਦੇ ਵਿੱਚ ਉਹ ਕੀ ਉਹਦੇ ਵਿੱਚ ਵਾਧਾ ਹੁੰਦਾ ਜਾਊਗਾ। Every soul you bring, it goes into your bank account in heaven. ਤੇ ਜਿੰਨੀਆਂ ਰੂਹਾਂ ਨੂੰ ਤੁਸੀਂ ਪਰਮੇਸ਼ਰ 'ਚ ਲੈ ਕੇ ਆਓਗੇ, ਉਹ ਸਾਰੀਆਂ ਰੂਹਾਂ ਤੁਹਾਡੇ ਅਕਾਊਂਟ ਦੇ ਵਿੱਚ ਜਾ ਰਹੀਆਂ ਨੇ, ਸਵਰਗ ਦੇ ਵਿੱਚ ਜੋ। You won't see all your money or all your nice dresses or makeup and everything, all your shoes. You will not see any of that in heaven. ਤੇ ਜੋ ਵੀ ਤੁਸੀਂ ਮਹਿੰਗੀਆਂ ਚੀਜ਼ਾਂ, ਮਹਿੰਗੇ ਕੱਪੜੇ, ਮਹਿੰਗੇ ਮਤਲਬ ਜੋ ਵੀ ਚੀਜ਼ਾਂ ਖਰੀਦਦੇ ਹੋ ਜਾਂ ਪੈਸਾ, ਬਹੁਤ ਕੁਝ ਹੈ, ਉਸ ਕਿਸੇ ਵੀ ਚੀਜ਼ ਨੂੰ ਤੁਸੀਂ ਸਵਰਗ ਦੇ ਵਿੱਚ ਨਹੀਂ ਦੇਖ ਪਾਓਗੇ। The only thing you will see in heaven is souls. ਸਵਰਗ ਦੇ ਵਿੱਚ ਸਿਰਫ ਇੱਕੋ ਚੀਜ਼ ਦੇਖ ਪਾਓਗੇ ਜੋ ਕਿ ਰੂਹਾਂ The ਤੁਸੀਂ people that you have shared the gospel and have come into the kingdom, you will see them in heaven. ਕਿੰਨੇ ਲੋਕਾਂ ਨੂੰ ਤੁਸੀਂ ਬਚਾਇਆ ਤੇ ਕਿੰਨਾਂ ਨੂੰ ਖੁਸ਼ਖਬਰੀ ਦਾ ਵਚਨ ਦਿੱਤਾ ਤੇ ਕਿੰਨੇ ਤੁਹਾਡੀ ਵਜ੍ਹਾ ਦੇ ਕਰਕੇ ਪਰਮੇਸ਼ਰ ਚ ਆਏ। And they will say to you, thank you, because of you I'm in heaven today. ਕਿਉਂਕਿ ਉਹ ਫਿਰ ਤੁਹਾਨੂੰ ਵੀ ਧੰਨਵਾਦ ਕਰਨਗੇ ਕਿ ਅਸੀਂ ਤੁਹਾਡੇ ਨਾਲ ਸਵਰਗ ਚ ਹਾਂ। So when you get to heaven, how many people will come up to you and say thank you? ਤੇ ਹੁਣ ਤੁਸੀਂ ਸੋਚੋ ਕਿ ਜਦੋਂ ਤੁਸੀਂ ਸਵਰਗ ਦੇ ਵਿੱਚ ਜਾਣਾ ਹੈ, ਕਿੰਨੇ ਲੋਕ ਨੇ ਸਵਰਗ ਦੇ ਵਿੱਚ ਤੁਹਾਡੇ ਕੋਲ ਆ ਕੇ ਕਹਿਣ ਧੰਨਵਾਦ ਹੈ ਕਿ ਤੂੰ ਮੈਨੂੰ ਪਰਮੇਸ਼ਰ ਤੇ ਲੈ ਕੇ ਆਇਆ। Because there are different crowns and rewards also that God gives to every one of us. ਕਿਉਂਕਿ ਉੱਥੇ ਵੱਖੋ ਵੱਖਰੇ ਤਾਜ ਤੇ ਵੱਖੋ ਵੱਖਰੇ ਇਨਾਮ ਹੈ ਜਿਹੜੇ ਸਵਰਗ ਦੇ ਵਿੱਚ ਸਾਡੇ ਲਈ ਰੱਖੇ ਗਏ ਹੈ।
So don't be in shock tomorrow when you go to heaven and you see everybody's got 5, 4 crowns and you got just one. ਤੇ ਇਸ ਚੀਜ਼ ਦੇ ਵਿੱਚ ਹੈਰਾਨੀਜਨਕ ਦੇ ਵਿੱਚ ਨਾ ਪੈ ਜਾਣਾ ਕਿ ਜਦੋਂ ਤੁਸੀਂ ਕੱਲ ਸਵਰਗ ਦੇ ਵਿੱਚ ਜਾਓ ਤੇ ਲੋਕਾਂ ਦੇ ਵਿੱਚ ਦੇਖੋ ਕਿ ਉਹਦੇ 5 ਤਾਜ ਪਹਿਨੇ ਆ, ਉਹਨੇ 4 ਪਹਿਨੇ ਤੇ ਮੇਰੇ 1 ਹੀ ਆ। Yeah. The more you work for the kingdom, the more crowns God will give you. ਤੇ ਜਿੰਨਾ ਤੁਸੀਂ ਕੰਮ ਪਰਮੇਸ਼ਰ ਦੇ ਘਰ ਦੇ ਲਈ ਕਰੋਗੇ, ਪਰਮੇਸ਼ਰ ਦੇ ਲਈ ਕਰੋਗੇ, ਉਨੇ ਹੀ ਤਾਜ ਜ਼ਿਆਦਾ ਤੁਹਾਨੂੰ ਦਿੱਤੇ ਜਾਣਗੇ। Amen. Amen. And I believe and I trust, guys, that you will do that. ਤੇ ਮੇਰਾ ਪੂਰਾ ਵਿਸ਼ਵਾਸ ਹੈ ਤੇ ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ ਕਿ ਤੁਸੀਂ ਇਸ ਚੀਜ਼ ਨੂੰ ਸਾਰੇ ਕਰੋਗੇ। So right now I'm just going to pray and we're going to, everyone that's watching online, and then we're going to finish our meeting for today. ਤੇ ਮੈਂ ਸਾਰੇ ਆਨਲਾਈਨ ਜਿੰਨੇ ਮੇਰੇ ਭੈਣ ਭਰਾ ਬੈਠੇ ਹਨ ਸਭਨਾਂ ਦੇ ਲਈ ਪ੍ਰਾਰਥਨਾ ਕਰਾਂਗੇ ਤੇ ਉਸ ਤੋਂ ਬਾਅਦ ਅੱਜ ਦੀ ਮੀਟਿੰਗ ਜਿਹੜੀ ਅਸੀਂ ਖਤਮ ਕਰਾਂਗੇ। Father, in the name of Jesus, Father God, and everyone that's watching online and everyone that is here, Father, Lord, we thank you for their lives. We thank you that you have saved them, that you have set them free. Lord, we thank you that you have put your passion into their lives, Father, for souls to come into the kingdom. Father, it's not in our strength, but it's by your Spirit. Lord, we thank you, Lord, that you're giving every one of us your wisdom and your understanding and your knowledge to speak, that as we speak your word, Lord, your words will touch people all around the world, and their lives will be changed and will be transformed. In Jesus' name. Amen. Amen.